ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਤੁਹਾਡਾ ਸਾਰੇ ਵੀਰਾਂ ਭੈਣਾਂ ਦਾ ਗੁਰਮਤਿ ਕਲਾਸ ਵਿੱਚ। ਸਾਰੇ ਵੀਰਾਂ ਭੈਣਾਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਜਪਜੀ ਸਾਹਿਬ ਜੀ ਦੀ ਵਿਚਾਰ ਸਾਰੇ ਵੀਰਾਂ ਭੈਣਾਂ ਨੇ ਮਿਲ ਕੇ ਆਰੰਭ ਕੀਤੀ ਸੀ, ਜਿਸ ਦੀਆਂ 23 ਪੌੜੀਆਂ ਦੀ ਵਿਚਾਰ ਅਸੀਂ ਕੱਲ ਤੱਕ ਕਰ ਚੁੱਕੇ ਹਾਂ। 24 ਨੰਬਰ ਪੌੜੀ ਦੀ ਵਿਚਾਰ ਆਪ ਜੀ ਦੇ ਨਾਲ ਅੱਜ ਸਾਂਝੀ ਕਰ ਰਹੇ ਹਾਂ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ, ਸਾਨੂੰ ਗੁਰੂ ਪਾਤਸ਼ਾਹ ਜੀ ਨੇ ਇੱਕ ਗੋਲ ਦਿੱਤਾ ਹੈ ਤੇ ਉਹ ਗੋਲ ਹੈ ਸਚਿਆਰ ਹੋਣ ਦਾ। ਇਹ ਗੱਲ ਅਸਾਂ ਹਮੇਸ਼ਾ ਯਾਦ ਰੱਖਣੀ। ਹਰ ਮਨੁੱਖ ਨੇ ਸਚਿਆਰ ਬਣਨ ਦਾ ਯਤਨ ਕਰਨਾ ਹੈ। ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਪਾਰਸੀ, ਕਾਲਾ, ਗੋਰਾ, ਅਮੀਰ, ਗਰੀਬ, ਹਰ ਇਨਸਾਨ ਸਚਿਆਰ ਹੋਣਾ ਹੈ। ਤੇ ਸਚਿਆਰ ਦਾ ਮਤਲਬ ਹੈ ਮਨ, ਬਚਨ ਔਰ ਕਰਮ ਕਰਕੇ ਸੱਚ ਦੇ ਧਾਰਨੀ ਹੋਣਾ। ਸਚਿਆਰਤਾ ਦੇ ਵਿੱਚ ਹੀ ਸੁੱਖ ਹੈ, ਸਚਿਆਰਤਾ ਵਿੱਚ ਹੀ ਆਨੰਦ ਹੈ, ਸਚਿਆਰਤਾ ਵਿੱਚ ਸ਼ਾਂਤੀ ਹੈ, ਸਚਿਆਰਤਾ ਵਿੱਚ ਹੀ ਇਨਸਾਨੀਅਤ ਹੈ। ਔਰ ਸਚਿਆਰ ਹੋਣ ਕਰਕੇ ਹੀ ਇਹ ਸੰਸਾਰ ਔਰ ਸਮਾਜ ਜਿਹੜਾ ਹੈ ਉਹ ਸਵਰਗ ਹੋ ਸਕਦਾ ਹੈ। ਸਚਿਆਰ ਹੋਣ ਕਰਕੇ ਹੀ ਜੋ ਮਨੁੱਖ ਹੈ ਉਹ ਰੱਬ ਦਾ ਰੂਪ ਹੋ ਸਕਦਾ ਹੈ ਔਰ ਰੱਬ ਰੂਪ ਹੋ ਕੇ ਜੀ ਸਕਦਾ ਹੈ। ਇਹ ਸੰਭਾਵਨਾ ਸਾਡੇ ਸਾਰਿਆਂ ਦੇ ਵਿੱਚ ਮੌਜੂਦ ਹੈ। ਤੇ ਸਚਿਆਰ ਬਣਨ ਵਾਸਤੇ ਹੋਰ ਬਾਕੀ ਦੇ ਸਾਰੇ ਸਾਧਨ ਫੇਲ ਨੇ। ਜਿੰਨੇ ਵੀ ਕਰਮ ਕਾਂਡ ਨੇ, ਤੀਰਥ ਇਸ਼ਨਾਨ ਨੇ, ਸਮਾਧੀਆਂ ਨੇ, ਜਾਂ ਹੋਰ ਕੁਛ ਵੀ ਕਰਮ ਕਾਂਡ ਨੇ, ਤਿਆਗ ਵਗੈਰਾ, ਸਿਰਫ ਇੱਕੋ ਹੀ ਇੱਕ ਸਾਧਨ ਹੈ ਸਚਿਆਰ ਹੋਣ ਲਈ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮ ਦੇ ਅੰਦਰ ਤੁਰਨਾ, ਰੱਬੀ ਰਜ਼ਾ ਦੇ ਅੰਦਰ ਜ਼ਿੰਦਗੀ ਗੁਜ਼ਾਰਨੀ, ਲਾ ਆਫ ਨੇਚਰ ਨੂੰ ਸਮਝ ਕੇ ਉਸ ਮੁਤਾਬਕ ਜ਼ਿੰਦਗੀ ਗੁਜ਼ਾਰਨੀ, ਲਾ ਆਫ ਨੇਚਰ ਨੂੰ ਸਮਝਣਾ, ਪ੍ਰਭੂ ਦੇ ਗੁਣਾਂ ਦੇ ਨਾਲ ਪ੍ਰੀਤ ਪਾਣੀ ਔਰ ਰੱਬੀ ਰਜ਼ਾ ਦੇ ਅੰਦਰ ਤੁਰਨਾ। ਆਓ ਹੁਣ ਅਗਲੀ ਪੌੜੀ ਦੀ ਵਿਚਾਰ ਅਸੀਂ ਆਰੰਭ ਕਰੀਏ। ਗੁਰਦੇਵ ਪਾਤਸ਼ਾਹ ਬਚਨ ਕਰਦੇ ਹਨ, ਅੰਤ ਨਾ ਸਿਫਤੀ ਕਹਿਣ ਨਾ ਅੰਤ। ਇੱਥੇ ਸਿਫਤੀ ਨਹੀਂ ਪੜਨਾ, ਬਿੰਦੀ ਲਗਾ ਕੇ ਪੜਾਂਗੇ ਸਿਫਤੀ। ਬਹੁਵਚਨੀ ਸ਼ਬਦ ਹੈ ਇਹ, ਸਿਫਤਾਂ ਦੇ ਨਾਲ। ਅੰਤ ਨਾ ਸਿਫਤੀ, ਇਹ ਪ੍ਰਭੂ ਦੀਆਂ ਜੋ ਸਿਫਤਾਂ ਨੇ ਉਹਨਾਂ ਦਾ ਕੋਈ ਅੰਤ ਨਹੀਂ ਹੈ। ਜੇ ਅਸੀਂ ਪ੍ਰਭੂ ਦੇ ਗੁਣਾਂ ਨੂੰ ਬਿਆਨ ਕਰੀਏ, ਰੱਬ ਦੀ ਇਸ ਰਚਨਾ ਦਾ ਅਸੀਂ ਬਿਆਨ ਕਰੀਏ, ਇਹਦੀਆਂ ਸਿਫਤਾਂ ਦਾ ਅੰਤ ਪਾਣਾ ਚਾਹੀਏ, ਤਾਂ ਸਿਫਤਾਂ ਕਰ ਕਰਕੇ ਅਸੀਂ ਅੰਤ ਨਹੀਂ ਪਾ ਸਕਦੇ। ਇਸ ਕੁਦਰਤ ਦੀ ਕਿੰਨੀ ਸਿਫਤ ਕਰੋਗੇ ਜੇ ਅਸੀਂ ਇਕੱਲੀ ਆਪਣੀ ਇਸ ਧਰਤੀ ਵੱਲ ਹੀ ਦੇਖੀਏ ਤਾਂ ਕਿਤਨੀ ਸੁੰਦਰਤਾ ਹੈ ਇਸ ਧਰਤੀ ਵਿੱਚ। ਮਨੁੱਖ ਮਾਤਰ ਦੀ ਸੁੰਦਰਤਾ, ਪਸ਼ੂ ਪੰਛੀਆਂ ਦੀ ਸੁੰਦਰਤਾ, ਵਨਸਪਤੀ ਦੀ ਸੁੰਦਰਤਾ, ਨਦੀਆਂ, ਨਾਲੇ, ਦਰਿਆ, ਪਹਾੜ ਔਰ ਆਕਾਸ਼ ਮੰਡਲ ਦੇ ਅੰਦਰ ਚਮਕਦੇ ਤਾਰੇ, ਗ੍ਰਹਿ, ਨਕਸ਼ਤਰ ਆਦਿ, ਕਿੰਨੀ ਸੁੰਦਰਤਾ ਹੈ ਇਸ ਸੰਸਾਰ ਦੇ ਅੰਦਰ ਕਿ ਅਸੀਂ ਇਹਦਾ ਅੰਤ ਪਾ ਸਕਦੇ ਹਾਂ? ਨਹੀਂ ਪਾ ਸਕਦੇ। ਜੇ ਅਸੀਂ ਰੱਬੀ ਤਾਕਤ ਨੂੰ ਬਿਆਨ ਕਰੀਏ ਤਾਂ ਉਸ ਤਾਕਤ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜੇ ਅਸੀਂ ਪ੍ਰਭੂ ਦੀ ਦਿਆਲਤਾ ਦਾ ਅੰਤ ਪਾਣਾ ਚਾਹੀਏ ਤਾਂ ਅਸੀਂ ਉਹਦੀ ਦਿਆਲਤਾ ਦਾ ਅੰਤ ਨਹੀਂ ਪਾ ਸਕਦੇ। ਕਿੰਨਾ ਕੁਛ ਨੇ ਸਾਨੂੰ ਦਿਮਾਗ ਦਿੱਤਾ ਹੈ, ਜੇ ਅਸੀਂ ਇਸ ਚੀਜ਼ ਦਾ ਅੰਤ ਪਾਣਾ ਚਾਹੀਏ ਤਾਂ ਇਹਦਾ ਅੰਤ ਨਹੀਂ ਪਾ ਸਕਦੇ। ਯਾਨੀ ਰੱਬੀ ਸਿਫਤਾਂ ਦਾ, ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅਸੀਂ ਉਹਦੇ ਗੁਣ ਗਾ ਸਕਦੇ ਹਾਂ, ਉਹਦਾ ਅਸੀਂ ਲਾਭ ਲੈ ਸਕਦੇ ਹਾਂ। ਸਾਡੇ ਕਹਿਣ ਦੇ ਨਾਲ ਉਹਨੇ ਵੱਡਾ ਨਹੀਂ ਹੋ ਜਾਣਾ, ਸਾਡੇ ਨਾ ਕਹਿਣ ਦੇ ਨਾਲ ਉਹਨੇ ਛੋਟਾ ਨਹੀਂ ਹੋ ਜਾਣਾ। ਯਾਨੀ ਉਹ ਅਨੰਤ ਹੈ, ਉਹਦੀਆਂ ਸਿਫਤਾਂ ਅਨੰਤ ਨੇ। ਪਹਿਲੀ ਗੱਲ। ਹੁਣ ਰੱਬ ਤਾਂ ਅਨੰਤ ਹੈ, ਇਹਦੇ ਵਿੱਚੋਂ ਹੁਣ ਸਾਨੂੰ ਜ਼ਿੰਦਗੀ ਜੀਣ ਲਈ ਕੀ ਦਾਤ ਮਿਲ ਰਹੀ ਹੈ? ਸਾਡੇ ਵਾਸਤੇ ਇੱਥੋਂ ਕੀ ਵਿਚਾਰਧਾਰਾ ਨਿਕਲ ਰਹੀ ਹੈ ਜ਼ਿੰਦਗੀ ਜੀਣ ਵਾਸਤੇ? ਕਿਉਂਕਿ ਉਹ ਅਨੰਤ ਸਿਫਤਾਂ ਦਾ ਮਾਲਕ ਹੈ ਤੇ ਸਚਿਆਰ ਹੈ। ਕਿਉਂ ਕਰਤਾ ਸਚਿਆਰ ਮਹਿੰਦਾ ਸਾਈਂ। ਤੇ ਅਸੀਂ ਵੀ ਸਚਿਆਰ ਹੋਣਾ ਹੈ, ਅਸੀਂ ਵੀ ਉਹਦਾ ਹੀ ਰੂਪ ਹਾਂ, ਕਿਉਂਕਿ ਇੱਕ ਹੀ ਪਸਰਿਆ ਹੋਇਆ ਹੈ ਚਾਰ ਚੁਫੇਰੇ। ਮਨ ਤੂੰ ਜੋਤ ਸਰੂਪ ਹੈ। ਇਹਦਾ ਮਤਲਬ ਸਾਡੇ ਅੰਦਰ ਵੀ ਅਨੰਤ ਗੁਣਾਂ ਦੀ ਸੰਭਾਵਨਾ ਹੈ। ਜੇ ਅਸੀਂ ਉਸ ਸਿਫਤਾਂ ਵਾਲੇ ਮਾਲਕ ਨਾਲ ਜੁੜੀਏ ਨਾ, ਗੁਣਾਂ ਵਾਲੇ ਦੇ ਨਾਲ ਜੁੜੀਏ, ਉਸ ਗੁਣੇ ਦੇ ਅੰਦਰ ਅਭੇਦ ਹੋ ਜਾਈਏ, ਜੇ ਅਸੀਂ ਉਸ ਤੇ ਹੁਕਮ ਰਜ਼ਾ ਦੇ ਅੰਦਰ ਤੁਰੀਏ ਤਾਂ ਸਾਡੇ ਅੰਦਰ ਵੀ ਅਨੰਤ ਗੁਣਾਂ ਦੀ ਔਰ ਅਨੰਤ ਸਿਫਤਾਂ ਦੀ ਸੰਭਾਵਨਾ ਹੈ।
ਇਹਦਾ ਮਤਲਬ ਸਾਨੂੰ ਕਿੰਨੀ ਪੋਜ਼ਿਟਿਵਿਟੀ, ਸਕਾਰਾਤਮਕ ਸੋਚ ਇੱਥੋਂ ਮਿਲ ਰਹੀ ਹੈ, ਕਿੰਨਾ ਮੋਟੀਵੇਸ਼ਨ ਸਾਨੂੰ ਇੱਥੋਂ ਮਿਲ ਰਿਹਾ ਹੈ ਕਿ ਅਸੀਂ ਵੀ ਐਸੇ ਹੋ ਸਕਦੇ ਹਾਂ, ਸਾਡੇ ਅੰਦਰ ਸੰਭਾਵਨਾ ਹੈ। ਅਗਲਾ ਬਚਨ ਹੈ ਕਹਿਣ ਨਾ ਅੰਤ। ਕਹਿਣ ਦੇ ਨਾਣੇ ਨਾਲ ਸਿਹਾਰੀ, ਇਹਦਾ ਮਤਲਬ ਕਹਿਣ ਨਾਲ। ਜੇ ਅਸੀਂ ਰੱਬ ਨੂੰ ਕਹਿ ਕਹਿ ਕੇ, ਉਹਦੇ ਗੁਣ ਗਾ ਗਾ ਕੇ ਅੰਤ ਪਾਣਾ ਚਾਹੀਏ ਤਾਂ ਕਹਿਣ ਦੇ ਨਾਲ ਉਸ ਦਾ ਅੰਤ ਨਹੀਂ ਪੈਂਦਾ, ਯਾਨੀ ਅਸੀਂ ਅੰਤ ਨਹੀਂ ਲੱਭ ਸਕਦੇ ਕਿਉਂਕਿ ਉਹ ਅਨੰਤ ਹੈ। ਇਸ ਲਈ ਜੇ ਅਸੀਂ ਚਾਹੀਏ ਤਾਂ ਸਾਡੀ ਬੋਲਬਾਣੀ ਦੇ ਅੰਦਰ ਬਹੁਤ ਵਿਕਾਸ ਹੋ ਸਕਦਾ ਹੈ, ਕਹਿਣ ਦੇ ਨਾਲ ਉਹਦਾ ਅੰਤ ਤਾਂ ਨਹੀਂ ਪੈਂਦਾ। ਇਹ ਤਾਂ ਪ੍ਰਭੂ ਦੀ ਗੱਲ ਹੈ। ਤੇ ਜੋ ਸਾਡੇ ਅੰਦਰ ਸੰਭਾਵਨਾ ਹੈ ਕਿ ਅਸੀਂ ਸਿਫਤਾਂ ਗਾਈ ਜਾਈਏ, ਕਹੀ ਜਾਈਏ, ਤਾਂ ਕਹਿ ਕਹਿ ਕੇ ਗਾ ਗਾ ਕੇ ਗੁਣਾਂ ਦਾ ਅੰਤ ਨਹੀਂ ਨਾ ਪੈਂਦਾ, ਜਿੰਨੇ ਮਰਜ਼ੀ ਗੁਣ ਗਾਈ ਜਾਓ। ਤਾਂ ਇਹਦਾ ਮਤਲਬ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਬੋਲਬਾਣੀ ਦੇ ਅੰਦਰ ਕਿੰਨਾ ਵਿਕਾਸ ਕਰ ਸਕਦੇ ਹਾਂ, ਕਿਉਂਕਿ ਰੱਬ ਦੇ ਅੰਦਰ ਸਿਫਤਾਂ ਨੇ, ਰੱਬ ਦੇ ਅੰਦਰ ਕੇਵਲ ਗੁਣ ਨੇ। ਤਾਂ ਅਸੀਂ ਆਪਣੀ ਇਸ ਜ਼ਬਾਨ ਨੂੰ ਕੇਵਲ ਗੁਣਾਂ ਵਾਸਤੇ ਵਰਤ ਸਕਦੇ ਹਾਂ। ਜਦੋਂ ਅਸੀਂ ਇੱਕ ਦੂਜੇ ਦੇ ਨਾਲ ਮਿਲਵਰਤਨ ਕਰੀਏ, ਸਮਾਜ ਵਿੱਚ ਮਿਲੀਏ ਵਰਤੀਏ, ਜਦੋਂ ਅਸੀਂ ਜ਼ਬਾਨ ਦੇ ਨਾਲ ਕੁਛ ਬੋਲੀਏ ਤਾਂ ਕੇਵਲ ਗੁਣਾਂ ਦੀ ਗੱਲ ਕਰੋ। ਹਾਂ, ਜਦੋਂ ਗੁਣ ਮੁੱਕ ਜਾਣ ਤਾਂ ਫਿਰ ਔਗੁਣਾਂ ਦੀ ਵੀ ਕਰ ਲਿਓ, ਕਿਉਂਕਿ ਹੁਣ ਗੁਣ ਗਾ ਗਾ ਕੇ ਮੁੱਕ ਗਏ ਨੇ। ਹੁਣ ਸਾਡੇ ਕੋਲ ਪੋਜ਼ਿਟਿਵ ਸੋਚਣ ਲਈ ਕੁਛ ਨਹੀਂ ਬਚਿਆ, ਅੰਤ ਪੈ ਗਿਆ ਹੈ। ਤਾਂ ਇਹਦਾ ਮਤਲਬ ਗੁਣਾਂ ਦਾ ਹੀ ਅੰਤ ਨਹੀਂ, ਸਾਡੇ ਅੰਦਰ ਕਿੰਨੀ ਵੱਡੀ ਸੰਭਾਵਨਾ ਹੈ। ਤੇ ਜਿਹੜੀ ਸਾਡੇ ਅੰਦਰ ਸੰਭਾਵਨਾ ਹੈ, ਦੁਨੀਆ ਦਾ ਜੋ ਬਹੁਤਾਤ ਗਿਣਤੀ ਵਿੱਚ ਮਨੁੱਖ ਹੈ, ਉਸ ਸੰਭਾਵਨਾ ਤੋਂ ਦੂਰ ਭੱਜ ਰਿਹਾ ਹੈ। ਇੰਨੇ ਗੁਣਾਂ ਦਾ ਭੰਡਾਰ ਅੰਦਰ ਹੋਵੇ ਜਿਹਦਾ ਕਹਿਣ ਨਾਲ ਅੰਤ ਹੀ ਨਹੀਂ ਪੈਂਦਾ, ਤੇ ਮਨੁੱਖ ਸਾਰਾ ਦਿਨ ਨਿੰਦਿਆ ਕਰਦਾ ਰਹੇ, ਮਨੁੱਖ ਸਾਰਾ ਦਿਨ ਕੌੜੇ ਬੋਲ ਬੋਲਦਾ ਰਹੇ, ਮਨੁੱਖ ਸਾਰਾ ਦਿਨ ਨੈਗੇਟਿਵ ਬੋਲਦਾ ਰਹੇ, ਤਾਂ ਗਲਤ ਗੱਲ ਹੈ ਨਾ। ਤਾਂ ਪਹਿਲੀ ਗੱਲ, ਉਹਦੇ ਗੁਣਾਂ ਦਾ ਅੰਤ ਨਹੀਂ, ਕਹਿਣ ਦੇ ਨਾਲ ਉਹਦੇ ਗੁਣਾਂ ਦਾ ਅੰਤ ਨਹੀਂ ਪੈਂਦਾ, ਭਾਵ ਕਿ ਉਹ ਅਨੰਤ ਸਿਫਤਾਂ ਦਾ ਮਾਲਕ ਹੈ। ਇਸ ਲਈ ਅਸੀਂ ਸਿਫਤਾਂ ਗਾਣੀਆਂ ਨੇ, ਸਾਡੇ ਅੰਦਰ ਵੀ ਅਨੰਤ ਗੁਣਾਂ ਔਰ ਸਿਫਤਾਂ ਦੀ ਸੰਭਾਵਨਾ ਹੈ। ਅਸੀਂ ਉਸ ਸੰਭਾਵਨਾ ਨੂੰ ਆਪਣੇ ਅੰਦਰੋਂ ਉਜਾਗਰ ਕਰਨਾ ਹੈ, ਅਸੀਂ ਵੀ ਉਹਦਾ ਰੂਪ। ਅਗਲਾ ਬਚਨ ਕਰਦੇ ਨੇ ਅੰਤ ਨਾ ਕਰਨਾ। ਕਰਨੇ ਦਾ ਮਤਲਬ ਜੋ ਉਸਨੇ ਕੀਤਾ ਹੈ, ਪੈਦਾ ਕੀਤਾ ਹੈ, ਜੋ ਰਚਨਾ ਹੈ, ਉਹਦੀ ਰਚੀ ਹੋਈ ਰਚਨਾ ਦਾ ਕੋਈ ਅੰਤ ਨਹੀਂ ਹੈ। ਇਹ ਅਸੀਂ ਵਿਸਤਾਰ ਸਹਿਤ ਵਿਚਾਰ ਕਰਦੇ ਚਲੇ ਆ ਰਹੇ ਹਾਂ, ਕਿਉਂਕਿ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਪ੍ਰਭੂ ਦੀ ਅਨੰਤਤਾ ਬਿਆਨ ਕੀਤੀ ਹੈ। ਅਸੀਂ ਪੜ੍ਹ ਰਹੇ ਹਾਂ, ਅਸੰਖ ਜਪ ਅਸੰਖ ਪਾਓ, ਜਾਂ ਅਸੰਖ ਮੂਰਖ ਅੰਧਕੋਰ, ਅਸੰਖ ਨਾਮ ਅਸੰਖ ਪਾਉ, ਅਗੰਮ ਅਗੰਮ ਅਸੰਖ ਲੋ। ਕਹਿਣ ਤੋਂ ਮੁਰਾਦ ਕਿ ਉਹਦੀ ਜੋ ਰਚੀ ਹੋਈ ਰਚਨਾ ਹੈ, ਇਹਦਾ ਅੰਤ ਨਹੀਂ ਹੈ, ਔਰ ਇੱਕ ਯੂਨੀਵਰਸਲ ਟਰੁਥ ਹੈ, ਇੱਕ ਹਕੀਕਤ ਹੈ, ਸੱਚਾਈ ਹੈ, ਬ੍ਰਹਮੰਡੀ ਸੱਚ ਹੈ ਕਿ ਅਸੀਂ ਇਸ ਰਚਨਾ ਦਾ ਅੰਤ ਲੱਭ ਨਹੀਂ ਸਕਦੇ। ਕਿੰਨੀਆਂ ਧਰਤੀਆਂ ਨੇ, ਕਿੰਨੇ ਸੂਰਜ ਨੇ, ਕਿੰਨੇ ਚੰਦਰਮਾ ਨੇ, ਕਿੰਨੇ ਤਾਰੇ ਨੇ, ਕਿੰਨੇ ਗ੍ਰਹਿ ਨੇ, ਕਿੰਨੇ ਨਕਸ਼ਤਰ ਨੇ, ਕਿਤਨੀਆਂ ਆਕਾਸ਼ ਗੰਗਾਵਾਂ ਨੇ, ਫਿਰ ਕਿੰਨੇ ਕੁ ਹੋਰ ਇਸ ਦੁਨੀਆ ਦੇ ਅੰਦਰ ਵਨਸਪਤੀ ਹੈ, ਮਨੁੱਖ ਮਾਤਰ ਨੇ, ਜੀਵ ਜੰਤ ਨੇ, ਜਾਂ ਹੋਰ ਜੋ ਦਾਤਾਂ ਨੇ। ਇਹਦਾ ਅੰਤ ਪਾਇਆ ਨਹੀਂ ਜਾ ਸਕਦਾ, ਰਚਨਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਦੂਜੀ ਗੱਲ, ਅਗਲੀ ਗੱਲ, ਦੇਣ ਨਾ ਅੰਤ। ਇੱਥੇ ਹੈਗਾ ਦੇਣ ਨਾਲ। ਕਈ ਇੱਥੇ ਵਿਦਵਾਨਾਂ ਨੇ ਅਰਥ ਕੀਤਾ ਹੈ ਕਿ ਰੱਬ ਨੇ ਜੋ ਕੁਛ ਦਿੱਤਾ ਹੈ ਉਹਦਾ ਅੰਤ ਨਹੀਂ, ਲੇਕਿਨ ਇੱਥੇ ਦੇਣ ਦੇ ਨਾਣੇ ਨਾਲ ਸਿਹਾਰੀ, ਜਿਹਦਾ ਮਤਲਬ ਦੇਣ ਨਾਲ। ਯਾਨੀ ਜੇ ਅਸੀਂ ਕਹਿ ਕਹਿ ਕੇ ਅੰਤ ਨਹੀਂ ਪਾ ਸਕੇ, ਤੇ ਕਈ ਲੋਕ ਨੇ ਨਾ ਦਾਨ ਦੇ ਕੇ ਤੇ ਅੰਤ ਪਾਣਾ ਚਾਹੁੰਦੇ ਨੇ ਕਿ ਦਾਨ ਦੇਣ ਦੇ ਨਾਲ ਸ਼ਾਇਦ ਮੈਨੂੰ ਕੁਛ ਮਹਾਨਤਾ ਮਿਲ ਜਾਏ, ਮੈਂ ਰੱਬ ਨੂੰ ਪਾ ਲਵਾਂ। ਜਿਵੇਂ ਅਸੀਂ ਪਿੱਛੇ ਪੜ੍ਹ ਰਹੇ ਹਾਂ, ਫੇਰ ਇਹ ਅੱਗੇ ਰੱਖੀਏ ਜਿਤ ਦਿਸੇ ਦਰਬਾਰ, ਕਿ ਅਸੀਂ ਕੀ ਰੱਖੀਏ। ਤਾਂ ਦੇਣ ਦੇ ਨਾਲ ਕਿਵੇਂ ਅੰਤ ਉਹਦਾ ਪਾ ਲਓਗੇ? ਅਸੀਂ ਕੀ ਦੇ ਸਕਦੇ ਹਾਂ? ਗੁਰੂ ਜੀ, ਪਹਿਲੀ ਗੱਲ ਤਾਂ ਜਿਹੜਾ ਸਿੱਖ ਦਾ ਵਿਸ਼ਵਾਸ ਹੈ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਮੇਰਾ ਕੁਛ ਹੈ ਹੀ ਨਹੀਂ, ਜੋ ਕੁਛ ਮੈਂ ਲਿਆ ਇਸ ਸੰਸਾਰ ਤੋਂ ਲਿਆ। ਮੈਨੂੰ ਸਰੀਰ ਕਿਸੇ ਨੇ ਦਿੱਤਾ, ਭੈਣ ਭਰਾ, ਧੀਆਂ ਪੁੱਤਰ, ਜ਼ਮੀਨ ਜਾਇਦਾਦ, ਜੋ ਕੁਛ ਵੀ ਇਸ ਸੰਸਾਰ ਦੇ ਵਿੱਚੋਂ ਹੀ ਮਿਲਿਆ, ਰੱਬੀ ਦਾਤਾਂ ਨੇ ਨਾ। ਤੇ ਉਹਦੀਆਂ ਦਾਤਾਂ ਚੋਂ ਉਹਨੂੰ ਹੀ ਦੇ ਕੇ ਕੀ ਅਸੀਂ ਉਹਦਾ ਅੰਤ ਪਾ ਸਕਦੇ ਹਾਂ?
जिसने एडी वड्डी वनस्पति पैदा की है ते ओदे अगे दो गुलाब दे फुल चढ़ा के ते असीं ओदा अंत पा लवांगे। जिन्ने सोने दियां खाना पैदा कीतियां ने ते ओदे अगे कोई 2 तोले किलो 2 किलो सोने दा हार चढ़ा के ते ओदा अंत पा लवांगे। देण दे नाल ओदा अंत नहीं पैंदा। तां इहदा मतलब ये होया कि रब दी रचना अनंत है और देण दे नाल ओदा अंत नहीं पैंदा। भाव कि अनंत असीं सारे कुछ दे सकते हैं, रब सानू अनंत कुछ दे रहा है। हुण इत्थों साडी जिंदगी वास्ते की मिलदा है सानू सोचण लई कि रब दी रचना अनंत है, इहदा अंत नहीं है। तां इहदा मतलब ये है कि साडे कोल खोजां करन वास्ते अनंत संभावनावां ने। हुण तक जो खोजां होईयां ने ਇਹਦਾ ਅੰਤ नहीं है, ਅੱਗੇ ਇਹ ਖੋਜਾਂ ਹੁੰਦੀਆਂ ਰਹਿਣਗੀਆਂ, ਵਿਕਾਸ ਹੁੰਦਾ ਰਹੇਗਾ, ਉਹਦਾ ਅੰਤ ਨਹੀਂ ਪਾਇਆ ਜਾਏਗਾ। ਇਹਦਾ ਮਤਲਬ ਕਿ ਸਾਡੇ ਅੰਦਰ ਇਹ ਅਨੰਤ ਸੰਭਾਵਨਾਵਾਂ ਨੇ, ਕਦੇ ਵੀ ਵਿਕਾਸ ਰੁਕੇਗਾ ਨਹੀਂ। ਅਸੀਂ ਹਰ ਵਕਤ ਖੋਜਾਂ ਆਪਣੀਆਂ ਆਰੰਭ ਰੱਖ ਸਕਦੇ ਹਾਂ। ਜੇ ਤੁਸੀਂ ਕੁਝ ਦਿਓਗੇ ਤਾਂ ਉਹਦੇ ਨਾਲ ਕੁਝ ਘਟਣ ਵਾਲਾ ਨਹੀਂ ਹੈ। ਰੱਬ ਕਿੰਨਾ ਕੁਝ ਦੇ ਰਿਹਾ ਨਾ, ਕੁਦਰਤ ਚੋਂ ਕਿੰਨਾ ਕੁਝ ਲੈ ਰਿਹਾ ਤੇ ਘਟਦਾ ਨਹੀਂ, ਦੇ ਹੀ ਜਾ ਰਿਹਾ ਨਾ ਦਾਤਾ। ਤਾਂ ਅਸੀਂ ਵੀ ਕੁਝ ਦੇਣਾ ਹੈ। ਹੁਣ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਪੈਸਾ ਹੀ ਦੇਣਾ ਹੈ, ਕਿਉਂਕਿ ਜਦੋਂ ਅਸੀਂ ਦਾਨ ਦੀ ਗੱਲ ਕਰਦੇ ਹਾਂ, ਵੰਡ ਛਕਣ ਦੀ ਗੱਲ ਕਰਦੇ ਹਾਂ, ਤਾਂ ਖਾਸ ਕਰਕੇ ਜ਼ਿਆਦਾ ਆਮ ਅੱਗੇ ਪੈਸਾ ਹੀ ਆ ਜਾਂਦਾ। ਦੇਖੋ, ਜਿਸਨਾਂ ਦੇ ਕੋਲ ਪੈਸਾ ਹੈ, ਜੋ ਪੈਸੇ ਰਾਹੀਂ ਕਿਸੇ ਦਾ ਸਹਿਯੋਗ ਕਰ ਸਕਦੇ ਨੇ, ਉਹਨਾਂ ਨੂੰ ਕਰਨਾ ਚਾਹੀਦਾ ਹੈ। ਪਰ ਜੇ ਇੱਕ ਬੰਦੇ ਕੋਲ ਪੈਸਾ ਨਹੀਂ, ਹੁਣ ਮੇਰੇ ਕੋਲ ਪੈਸਾ ਨਹੀਂ, ਮੈਂ ਪੈਸਾ ਨਹੀਂ ਦੇ ਸਕਦਾ, ਤਾਂ ਕੀ ਮੈਂ ਕੁਝ ਵੀ ਨਹੀਂ ਦੇ ਸਕਦਾ? ਨਹੀਂ, ਮੇਰੇ ਕੋਲ ਦੇਣ ਵਾਸਤੇ ਬਹੁਤ ਕੁਝ ਹੈ। ਸਾਡੇ ਸਾਰਿਆਂ ਦੇ ਕੋਲ ਦੇਣ ਵਾਸਤੇ ਬਹੁਤ ਕੁਝ ਹੈ। ਕੁਛ ਨਾ ਕੁਛ ਦੇਣਾ ਚਾਹੀਦਾ। ਜਿਵੇਂ ਅਸੀਂ ਪਹਿਲਾਂ ਇਹ ਵਿਚਾਰਾਂ ਕਰ ਚੁੱਕੇ ਹਾਂ ਕਿ ਤੁਹਾਡੇ ਵਿੱਚੋਂ ਕੋਈ ਇੰਗਲਿਸ਼ ਚੰਗੀ ਬੋਲ ਲੈਂਦਾ ਹੈ, ਤਾਂ ਉਹਦੇ ਕੋਲ ਪੈਸਾ ਨਹੀਂ ਹੈ ਤਾਂ ਕੋਈ ਗੱਲ ਨਹੀਂ, ਜ਼ਰੂਰੀ ਥੋੜਾ ਪੈਸੇ ਹੀ ਦੇਣਾ ਹੈ। ਕੋਈ ਦੋ ਚਾਰਾਂ ਨੂੰ ਇੰਗਲਿਸ਼ ਬੋਲਣੀ ਸਿਖਾ ਦਿਓ ਕਲਾਸਾਂ ਲਗਾ ਕੇ। ਕੋਈ ਪੰਜਾਬੀ ਪੜ੍ਹਾ ਸਕਦਾ ਹੈ ਤਾਂ ਪੰਜਾਬੀ ਪੜ੍ਹਾਉਣ ਦੀਆਂ ਕਲਾਸਾਂ ਲਗਾ ਲਓ। ਪੰਜਾਬੀ ਤੁਸੀਂ ਪੜ੍ਹਾਓ, ਕਿਸੇ ਨੂੰ ਪੰਜਾਬੀ ਬੋਲਣੀ ਸਿਖਾਓ। ਕੋਈ ਪਾਠ ਕਰ ਸਕਦਾ ਹੈ ਗੁਰਬਾਣੀ ਦਾ, ਉਹ ਗੁਰਬਾਣੀ ਦਾ ਪਾਠ ਸਿਖਾ ਦੇਵੇ। ਕਿਸੇ ਦੇ ਕੋਲ ਕੰਪਿਊਟਰ ਦਾ ਨੌਲੇਜ ਹੈ, ਉਹ ਦੂਜੇ ਨੂੰ ਕੰਪਿਊਟਰ ਦਾ ਨੌਲੇਜ ਦੇ ਦੇਵੇ। ਜਿਹੜੀਆਂ ਹੁਣ ਬਜ਼ੁਰਗ ਮੇਰੀਆਂ ਭੈਣਾਂ ਨੇ, ਜੋ ਹੋਰ ਕੁਛ ਨਹੀਂ ਤੇ ਅੱਗੇ ਆਪਣੀਆਂ ਧੀਆਂ ਨੂੰ, ਨੂੰਹਾਂ ਨੂੰ, ਹੋਰ ਨੂੰ ਸਬਜ਼ੀ ਬਣਾਉਣੀ ਵੀ ਸਿਖਾ ਦਿਓ। ਯਾਨੀ ਕਹਿਣ ਦਾ ਮਤਲਬ ਅਸੀਂ ਕੁਛ ਵੀ ਦੇ ਸਕਦੇ ਹਾਂ ਨਾ। ਤੇ ਜੇ ਕੁਛ ਵੀ ਨਹੀਂ ਹੈ ਤਾਂ ਘੱਟ ਤੋਂ ਘੱਟ ਮੁਸਕਰਾ ਹੀ ਦਿਓ, ਪ੍ਰਸੰਨਤਾ ਤਾਂ ਦੇ ਸਕਦੇ ਆ ਨਾ। ਕਿਉਂ ਐਵੇਂ ਘੂਰੀਆਂ ਵੱਟ ਕੇ ਤੁਰੇ ਫਿਰਦੇ? ਮੁਸਕਰਾਓ, ਥੋੜਾ ਮੁਸਕਰਾਹਟ ਦਿਓ ਤੁਸੀਂ। ਅਸੀਂ ਖੁਸ਼ੀਆਂ ਦੇ ਸਕਦੇ ਹਾਂ, ਸਾਡੇ ਕੋਲ ਕਿੰਨਾ ਕੁਛ ਦੇਣ ਵਾਸਤੇ, ਔਰ ਇਹ ਘਟੇਗਾ ਨਹੀਂ। ਜਿਵੇਂ ਜਿਵੇਂ ਇੱਕ ਦੂਜੇ ਨੂੰ ਅਸੀਂ ਕੁਛ ਦੇਵਾਂਗੇ, ਇਹ ਸਾਰਾ ਕੁਛ ਵਧੇਗਾ। ਇਹਦਾ ਕੋਈ ਅੰਤ ਨਹੀਂ ਹੈ। ਜਿੰਨਾ ਮਰਜ਼ੀ ਪਿਆਰ ਵੰਡੋ, ਜਿੰਨਾ ਮਰਜ਼ੀ ਖੁਸ਼ੀਆਂ ਵੰਡੋ, ਔਰ ਜੋ ਵੰਡੋਗੇ, ਜੋ ਬੀਜੋਗੇ, ਉਹ ਤੁਹਾਡੇ ਵੱਲ 10 ਗੁਣਾ ਵਾਪਸ ਆਏਗਾ। ਉਹ ਭਾਵੇਂ ਪਿਆਰ ਵੰਡੋ, ਭਾਵੇਂ ਨਫ਼ਰਤ ਵੰਡੋ, ਖੁਸ਼ੀਆਂ ਵੰਡੋ ਜਾਂ ਦੁੱਖ ਵੰਡੋ, 10 ਗੁਣਾ ਹੋ ਕੇ ਵਾਪਸ ਮੁੜੇਗਾ, ਸਣੇ ਵਿਆਜ ਮੁੜੇਗਾ। ਹੁਣ ਕੀ ਲੈਣਾ ਚਾਹੁੰਦੇ ਹੋ ਤੁਸੀਂ? ਦੁੱਖ, ਪਰੇਸ਼ਾਨੀਆਂ, ਜਾਂ ਕਿ ਸੁੱਖ ਔਰ ਖੁਸ਼ੀਆਂ, ਪ੍ਰਸੰਨਤਾਵਾਂ? ਤਾਂ ਫਿਰ ਖੁਸ਼ੀਆਂ ਔਰ ਪ੍ਰਸੰਨਤਾਵਾਂ ਵੰਡਣ ਦੇ ਨਾਲ ਘਟਦੀਆਂ ਨਹੀਂ, ਇਹ ਸਗੋਂ ਵੱਧਦੀਆਂ ਨੇ। ਇਥੋਂ ਸਾਨੂੰ ਜ਼ਿੰਦਗੀ ਜੀਣ ਲਈ ਇਹ ਭਾਵਨਾ ਸਾਨੂੰ ਇਥੋਂ ਮਿਲੇਗੀ। ਅੰਤ ਨਾ ਵੇਖਣ, ਸੁਣਨ ਨਾ ਅੰਤ। ਇੱਥੇ ਵੇਖਣ ਦੇ ਨਾਣੇ ਨਾਲ ਸਿਹਾਰੀ, ਵੇਖਣ ਨਾਲ। ਵੇਖਣ ਦੇ ਨਾਲ ਰੱਬ ਦਾ ਅੰਤ ਨਹੀਂ ਪੈਂਦਾ, ਕੁਦਰਤ ਦਾ ਅੰਤ ਨਹੀਂ ਪੈਂਦਾ। ਇੱਥੋਂ ਤੱਕ ਦੇਖੋਗੇ ਕਿ ਦੇਖ ਦੇਖ ਕੇ ਅਸੀਂ ਇਸ ਧਰਤੀ ਦਾ ਜਾਂ ਇਸ ਕਾਇਨਾਤ ਦਾ, ਬ੍ਰਹਿਮੰਡ ਦਾ, ਯੂਨੀਵਰਸ ਦਾ ਅੰਤ ਲੱਭ ਸਕਦੇ ਹਾਂ। ਕਿੰਨੀਆਂ ਪਾਵਰਫੁਲ ਜਿਹੜੀਆਂ ਨੇ ਇਲੈਕਟ੍ਰੋਨਿਕ ਦੂਰਬੀਨਾਂ ਸਾਇੰਟਿਸਟਾਂ ਨੇ ਬਣਾਈਆਂ ਨੇ, ਜਿਸ ਦੇ ਨਾਲ ਕਈ ਮਿਲੀਅਨ ਬਿਲੀਅਨ ਲਾਈਟ ਈਅਰ ਤੱਕ ਵੇਖਣ ਦਾ ਯਤਨ ਕੀਤਾ ਹੈ। ਪਰ ਕੀ ਇਹਦਾ ਅੰਤ ਪੈ ਗਿਆ? ਨਹੀਂ ਪਿਆ। ਅਨੰਤ 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 ਹੈ। ਸੁਣਨ ਨਾ ਅੰਤ। ਸੁਣਨ ਦੇ ਨਾਲ ਵੀ ਉਹਦਾ ਅੰਤ ਨਹੀਂ ਪੈਂਦਾ। ਵੀ ਜੇ ਅਸੀਂ ਕਹੀਏ ਕਿ ਸੁਣ ਸੁਣ ਕੇ
ਵੇਖ ਵੇਖ ਕੇ ਅੰਤ ਪਾ ਲਵੀਏ, ਵੇਖ ਵੇਖ ਕੇ ਅੰਤ ਨਹੀਂ ਪੈ ਸਕਦਾ। ਔਰ ਜੇ ਅਸੀਂ ਕਹੀਏ ਕਿ ਸੁਣ ਸੁਣ ਕੇ ਅਸੀਂ ਅੰਤ ਪਾ ਲਵੀਏ ਕਿਸੇ ਤੋਂ, ਤੇ ਸੁਣ ਸੁਣ ਕੇ ਵੀ ਅੰਤ ਨਹੀਂ ਨਾ ਪੈਂਦਾ, ਅਨੰਤ ਹੈ, ਤਾਂ ਇਹਦਾ ਮਤਲਬ ਸਾਨੂੰ ਇੱਥੋਂ ਜੀਣ ਲਈ ਕੀ ਮਿਲ ਰਿਹਾ ਹੈ। ਹੁਣ ਇਸ ਸੰਸਾਰ ਵਿੱਚ ਵੇਖਣ ਦੇ ਨਾਲ ਅੰਤ ਨਹੀਂ ਪੈਂਦਾ। ਚਾਹੇ ਤੁਸੀਂ ਇਸ ਦੁਨੀਆ ਵਿੱਚ ਨੈਗੇਟਿਵ ਸੋਚ ਵੇਖ ਲਓ, ਚਾਹੇ ਪੋਜ਼ਿਟਿਵ ਦੇਖੋ, ਕੀ ਦੇਖਣਾ ਚਾਹੁੰਦੇ ਹੋ, ਨੈਗੇਟਿਵ ਜਾਂ ਪੋਜ਼ਿਟਿਵ। ਹੁਣ ਕਈ ਲੋਕ ਦੇਖ ਰਹੇ ਨੇ ਕਿ ਇਹ ਸੰਸਾਰ ਤੇ ਦੁੱਖਾਂ ਦਾ ਘਰ ਹੈ, ਇਹ ਦੁਨੀਆ ਵਿੱਚ ਤੇ ਕੋਈ ਕਿਸੇ ਦਾ ਨਹੀਂ ਰਹਿ ਗਿਆ, ਇੱਥੇ ਤਾਂ ਕਿਸੇ ਦਾ ਵਿਸ਼ਵਾਸ ਨਹੀਂ ਰਿਹਾ, ਇੱਥੇ ਸਾਰੀ ਦੁਨੀਆ ਧੋਖੇਬਾਜ਼ ਹੈ, ਈਰਖਾ ਵਾਲੇ ਨੇ ਦੂਜੇ ਤੀਜੇ। ਚਾਹੇ ਤੇ ਇਸ ਦੁਨੀਆ ਨੂੰ ਐਵੇਂ ਦੇਖ ਲਓ ਤੇ ਦੁਨੀਆ ਐਵੇਂ ਦਿਖੇਗੀ, ਤੇ ਚਾਹੇ ਇਸ ਦੁਨੀਆ ਨੂੰ ਇਸ ਤਰ੍ਹਾਂ ਦੇਖੋ ਕਿ ਇਹ ਜਗ ਸੱਚੇ ਕੀ ਹੈ ਕੋਠੜੀ, ਇਹ ਸੰਸਾਰ ਤਾਂ ਰੱਬ ਦਾ ਘਰ ਹੈ, ਇੱਥੇ ਤਾਂ ਹਰ ਮਨੁੱਖ ਰੱਬ ਦਾ ਰੂਪ ਹੈ, ਹਰ ਇੱਕ ਉਹਦਾ ਨੂਰ, ਉਹਦਾ ਜ਼ਹੂਰ, ਉਹਦਾ ਜਲਵਾ, ਹਰ ਇੱਕ ਦੇ ਅੰਦਰ ਉਹਦੀ ਜੋਤ ਹੈ। ਇੱਥੇ ਤਾਂ ਸੰਸਾਰ ਦੇ ਅੰਦਰ ਚਾਰ ਚੁਫੇਰੇ ਖੁਸ਼ੀਆਂ, ਪ੍ਰਸੰਨਤਾਵਾਂ, ਸਫਲਤਾਵਾਂ ਵਿਖਰੀਆਂ ਹੋਈਆਂ ਨੇ। ਇੱਥੇ ਤਾਂ ਮੈਂ ਰੁੱਖਾਂ ਦਰਖਤਾਂ ਨੂੰ ਦੇਖਦਾ, ਮੈਨੂੰ ਨੱਚਦੇ ਔਰ ਗਾਉਂਦੇ ਪ੍ਰਤੀਤ ਹੁੰਦੇ ਨੇ। ਇੱਥੇ ਕੋਇਲ ਦੀ ਕੂਹ ਕੂਹ ਹੈ, ਇੱਥੇ ਬੁਲਬੁਲ ਦੀਆਂ ਆਵਾਜ਼ਾਂ ਨੇ, ਇੱਥੇ ਫੁੱਲਾਂ ਦੀ ਸੁੰਦਰਤਾ ਹੈ। ਇਸ ਧਰਤੀ ਦੇ ਅੰਦਰ ਸੋਨੇ, ਅਬਰਕ, ਚਾਂਦੀ ਆਦਿਕ ਦੀਆਂ ਖਾਨਾਂ ਨੇ। ਇੱਥੇ ਤਾਂ ਬਹੁਤ ਸੁੱਖ ਹੀ ਸੁੱਖ ਨੇ, ਚਾਰ ਚੁਫੇਰੀ ਖੁਸ਼ੀਆਂ ਹੀ ਖੁਸ਼ੀਆਂ ਨੇ, ਅਨੰਤਤਾ ਹੈ। ਤਾਂ ਵੇਖਣ ਦੇ ਨਾਲ ਔਰ ਸੁਣਨ ਦੇ ਨਾਲ ਉਸ ਪ੍ਰਭੂ ਦਾ ਅੰਤ ਨਹੀਂ ਪੈਂਦਾ, ਪਰ ਅਸੀਂ ਵੇਖ ਕੇ ਔਰ ਸੁਣ ਕੇ ਅਨੰਤ ਖੁਸ਼ੀਆਂ ਮਾਣ ਸਕਦੇ ਹਾਂ, ਕਿਉਂਕਿ ਅੰਤ ਨਹੀਂ ਹੈ ਨਾ। ਇਸ ਲਈ ਸੁਣੋ, ਸੱਚ ਸੁਣੋ, ਦਇਆ ਵਾਲੇ ਬੋਲ ਸੁਣੋ, ਸਕਾਰਾਤਮਕ ਬੋਲ ਸੁਣੋ। ਜਦੋਂ ਐਸੇ ਬੋਲ ਸੁਣੋਗੇ ਮਨ ਨੂੰ ਸ਼ਾਂਤੀ ਪਵੇਗੀ, ਮਨ ਅੰਦਰ ਖੁਸ਼ੀ ਆਏਗੀ। ਹੁਣ ਅਸੀਂ ਕਹਿੰਦੇ ਹਾਂ ਕਿ ਲੋਕ ਚੁਗਲੀ ਨਿੰਦਾ ਬੜੀ ਕਰਦੇ ਨੇ। ਹੁਣ ਚੁਗਲੀ ਨਿੰਦਿਆ ਕਿਉਂ ਕਰਦੇ ਨੇ? ਕਿਉਂਕਿ ਅਸੀਂ ਸੁਣਦੇ ਹਾਂ। ਹੁਣ ਤੁਸੀਂ ਬਾਣੀ ਸਰਵਣ ਕਰ ਰਹੇ ਹੋ ਨਾ, ਤੁਹਾਡੇ ਅੰਦਰ ਕਿੰਨਾ ਸ਼ੌਕ ਹੈ, ਚਾਹ ਹੈ। 2:15 ਵਜੇ ਕਲਾਸ ਦਾ ਟਾਈਮ ਹੈ, ਲੇਕਿਨ ਤੁਸੀਂ 2 ਵਜੇ ਆਣ ਕੇ ਬੈਠੇ ਹੁੰਦੇ ਹੋ, 15 ਮਿੰਟ ਪਹਿਲਾਂ ਆ ਜਾਂਦੇ। ਸ਼ੌਕ ਹੈ ਨਾ, ਖੁਸ਼ੀ ਹੈ ਨਾ। ਔਰ ਇਹ ਗੁਰਬਾਣੀ ਦੀਆਂ ਗੱਲਾਂ ਸੁਣ ਕੇ ਕਰਕੇ ਸਾਨੂੰ ਖੁਸ਼ੀ ਮਿਲਦੀ। ਰਹੀਮ ਜੀ ਦਾ ਇੱਕ ਦੋਹਾ ਹੈ ਬਾਣੀ ਤੋਂ ਬਾਹਰ ਦਾ, ਉਹ ਕਹਿੰਦਾ ਐਸੀ ਬਾਣੀ ਬੋਲੀ ਹੈ ਮਨ ਕਾ ਆਪਾ ਖੋਏ, ਔਰਨ ਹੂੰ ਸ਼ੀਤਲ ਕਰੇ ਆਪੋਂ ਸ਼ੀਤਲ ਹੋਏ। ਐਸੀ ਬਾਣੀ ਬੋਲੋ ਤੁਹਾਡੇ ਮਨ ਨੂੰ ਵੀ ਠੰਡਕ ਪਵੇ ਬੋਲ ਕੇ, ਔਰ ਜਿਹੜਾ ਸੁਣੇ ਉਹਨੂੰ ਵੀ ਠੰਡਕ ਪਵੇ। ਅਸੀਂ ਪਿੱਛੇ ਸੁਣਾ ਹੈ ਨਾ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼। ਜੇ ਗੁਰੂ ਦੀ ਸੱਚੀ ਸਿੱਖਿਆ ਸੁਣੀ ਜਾਏ ਤਾਂ ਸਾਨੂੰ ਇਹਨਾਂ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ। ਗੁਰੂ ਦੀ ਸੱਚੀ ਸਿੱਖਿਆ ਸੁਣਨ ਦੇ ਨਾਲ ਸਾਨੂੰ ਸਮਝ ਪੈਂਦੀ ਹੈ ਧਰਤੀ ਧਵਲ, ਧਰਤੀ ਆਦਿਕ ਦੇ ਆਸਰੇ ਦੀ। ਸੁਣਨ ਦੇ ਨਾਲ ਸਾਨੂੰ ਸੱਤ, ਸੰਤੋਖ, ਗਿਆਨ ਦੀ ਦਾਤ ਮਿਲਦੀ ਹੈ। ਸੁਣਨ ਦੇ ਨਾਲ ਸਾਡੀ ਜ਼ਿੰਦਗੀ ਵਿੱਚ ਵਿਗਾਸਤਾ ਆਉਂਦੀ ਹੈ, ਤੇ ਸੁਣਨ ਦੇ ਨਾਲ ਅੰਤ ਨਹੀਂ ਪੈਂਦਾ। ਇਹਦਾ ਮਤਲਬ ਸਾਡੇ ਅੰਦਰ ਅਨੰਤ ਸੰਭਾਵਨਾਵਾਂ ਨੇ। ਅਸੀਂ ਗਾ ਕੇ, ਸੁਣ ਕੇ, ਕਹਿ ਕੇ ਅਨੰਤ ਖੁਸ਼ੀਆਂ ਮਾਣ ਸਕਦੇ ਹਾਂ, ਅਨੰਤ ਪ੍ਰਸੰਨਤਾਵਾਂ ਮਾਣ ਸਕਦੇ ਹਾਂ। ਕਿਉਂ ਵੀਰੋ ਭੈਣੋ, ਮਾਣ ਸਕਦੇ ਹਾਂ ਨਾ। ਹਾਂ, ਅੰਤ ਨਾ ਜਾਪੈ ਕਿਆ ਮਨ ਮੰਤ। ਇੱਥੇ ਮਨ ਦੇ ਨੰਨੇ ਨਾਲ ਸਿਹਾਰੀ ਹੈ, ਜਿਸ ਦਾ ਮਤਲਬ ਮਨ ਵਿੱਚ। ਮੰਤ ਦਾ ਮਤਲਬ ਮੰਤਵ, ਸਲਾਹ, ਕਿ ਪ੍ਰਭੂ ਦੇ ਮਨ ਅੰਦਰ ਕੀ ਮੰਤਵ ਹੈ, ਇਹ ਰਚਨਾ ਦਾ ਮੰਤਵ ਕੀ ਹੈ, ਇਹਦਾ ਕੋਈ ਅੰਤ ਪੈਂਦਾ ਹੈ? ਮੰਤਵ ਕੀ ਹੈ? ਕੁਛ ਨਹੀਂ ਪਤਾ। ਰੱਬ ਦਾ ਹੁਕਮ ਕੀ ਹੈ, ਕਿਹੜਾ ਵੱਡਾ ਹੈ, ਇਹਦਾ ਕੋਈ ਅੰਤ ਨਹੀਂ ਪੈ ਸਕਦਾ। ਇਸ ਹੁਕਮ ਰਾਹੀਂ, ਹੁਕਮ ਵਿੱਚ ਤੁਰ ਕੇ ਅਸੀਂ ਬਹੁਤ ਕੁਛ ਹਾਸਲ ਕਰ ਸਕਦੇ ਹਾਂ। ਮੰਤ ਦਾ ਮਤਲਬ ਮੰਤਵ। ਹੁਣ ਇਸ ਦੁਨੀਆ ਦੇ ਅੰਦਰ ਜੋ ਮੰਤਵ ਹੈ, ਗੋਲ ਹੈ ਨਾ, ਉਹਦਾ ਵੀ ਅੰਤ ਨਹੀਂ ਹੈ। ਜਿੰਨੇ ਮਰਜ਼ੀ ਤੁਸੀਂ ਵੱਡੇ ਤੋਂ ਵੱਡਾ ਗੋਲ ਬਣਾ ਸਕਦੇ ਹੋ, ਧਾਰਮਿਕ, ਰਾਜਨੀਤਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਜਿੱਡਾ ਮਰਜ਼ੀ ਵੱਡਾ ਤੁਸੀਂ ਗੋਲ ਬਣਾ ਲਓ, ਅਨੰਤ ਸੰਭਾਵਨਾਵਾਂ ਨੇ। ਔਰ ਕੁਦਰਤ ਦੇ ਅੰਦਰ ਕੀ ਹੋਣ ਵਾਲਾ ਹੈ, ਕਿਵੇਂ ਹੋ ਰਿਹਾ ਹੈ, ਇਹਨੂੰ ਅਸੀਂ ਸਮਝ ਸਕਦੇ ਹਾਂ। ਮਨੁੱਖ ਨੇ ਬਹੁਤ ਕੁਝ ਸਮਝਣ ਦਾ ਯਤਨ ਕੀਤਾ ਹੈ, ਇਹਨੇ ਸਮਝਿਆ ਹੈ, ਅੱਗੋਂ ਇਹਨਾਂ ਨੇਮਾਂ ਨੂੰ ਸਮਝਦਾ ਰਹੇਗਾ, ਵਿਕਾਸ ਕਰਦਾ ਰਹੇਗਾ। ਲੇਕਿਨ ਕਦੇ ਐਸਾ ਨਹੀਂ ਹੋਣਾ ਕਿ ਇਸ ਹੁਕਮ ਦਾ, ਇਸ ਮੰਤਵ ਦਾ ਅੰਤ ਪੈ ਸਕੇ।
कि हुण इस तो अगे कुछ नहीं है, इस तो अगे कुछ भी होने वाला नहीं है। इत्थे अनंत नवे तारे पैदा हो रहे ने, पुराने खत्म हो रहे ने। तां कहण तो मुराद कि कुदरत दा कोई भी अंत नहीं है। अंत ना जापै कीता आकार। जापै दा मतलब जानना, आकार दा मतलब जो भी आकार रचे ने, सृष्टि रची है, ਇਹਦਾ अंत नहीं जानिया जा सकता। किन्ने आकार ने इस दुनिया विच, निक्के जे बैक्टीरिए तो लैके ਵੱਡੇ सारे हाथी, डायनासोर वर्गे जीव जंत, किन्ने क ने इन्हां दा अंत पैंदा पिया। आ हुण निक्का जिहा करोना ही है ना, ਇਹਦਾ अंत नहीं पै रहा, सारी दुनिया ਨੂੰ ਬੰਨ ਕੇ ਬਿਠਾ ਦਿੱਤਾ। ਹਾਲੇ ਇਹਦਾ ਕੋਈ नहीं लग रहा पता। यानी कहन तो मुराद कि किन्ने आकार ने, किन्ने मनुख ने, किन्नियां इन्हां दियां किस्मां ने, किन्ने पशु ने, पंछी ने, वनस्पति ने, धरतियां ने, तारे ने, नक्षत्र ने, ग्रह ने, किन्नी रचना है, किन्नियां दातां ने, ਇਹਦਾ कोई अंत नहीं है। इस कीते हुए आकार दा, सृष्टि दा कोई अंत नहीं। अंत ना जापै पारावार। पारावार दा मतलब उरला और परला बनना, इन्हां दा कोई अंत नहीं जापता, जानिया नहीं जा सकता। यानी प्रभु दी ये कायनात अनंत है और इसके अंदर अनंत अनंत संभावनावां ने। यह चीज समझण वाली है, ये चीज समझण वाली है। जिवें जिवें असीं इहनूं अगे अगे जाणदे जावांगे, तिवें तिवें ये होर वधदा जाएगा। ਇਹ अंत ना जाणे कोई, ਇਹਨੂੰ ਇਹੋ नहीं पढ़ना, ਇਹ पढ़ना। ਇਹ अंत, ਇਹ ਜਿਹੜਾ कायनात ਦਾ, ਰੱਬ ਦਾ, ਦਾਤਾਂ ਦਾ जो भी ये सारा सिलसिला है, हुक्म है, ਇਹਨੂੰ कोई नहीं जान सकता, ਇਹਦਾ अंत नहीं पा सकता। हुक्म ਨੂੰ ਸਮਝਿਆ ਜਾ ਸਕਦਾ ਹੈ ਜਿੰਨੀ ਸਾਡੀ ਸਮਝ ਹੈ, ਜਿੰਨੀ ਸਾਡੀ ਮੱਤ ਹੈ। ਕਾਇਨਾਤ ਦੇ, ਕੁਦਰਤ ਦੇ ਨਿਯਮਾਂ ਨੂੰ ਅਸੀਂ ਸਮਝ ਸਕਦੇ ਹਾਂ, ਉਹਨਾਂ ਮੁਤਾਬਕ ਆਪਣੀ ਜ਼ਿੰਦਗੀ ਚੰਗੀ ਬਣਾ ਸਕਦੇ ਹਾਂ, ਉਹਨਾਂ ਨਿਯਮਾਂ ਰਾਹੀਂ ਅਸੀਂ ਵਿਕਾਸ ਕਰ ਸਕਦੇ ਹਾਂ, ਬਹੁਤ ਸਾਰੀਆਂ ਸਹੂਲਤਾਂ, ਸੁੱਖ ਪੈਦਾ ਕਰ ਸਕਦੇ ਹਾਂ। ਲੇਕਿਨ ਅੰਤ ਨਹੀਂ ਪਵੇਗਾ ਕਦੇ ਵੀ ਕਿ ਹੁਣ ਇਸ ਤੋਂ ਅੱਗੇ ਖੋਜਾਂ ਨਹੀਂ ਹੋ ਸਕਦੀਆਂ, ਹੁਣ ਇਸ ਤੋਂ ਅੱਗੇ ਖੁਸ਼ ਨਹੀਂ ਅਸੀਂ ਹੋ ਸਕਦੇ, ਹੁਣ ਇਸ ਤੋਂ ਅੱਗੇ ਪ੍ਰਸੰਨਤਾਵਾਂ ਨਹੀਂ ਆ ਸਕਦੀਆਂ, ਹੁਣ ਇਸ ਤੋਂ ਉੱਚਾ ਜੀਵਨ ਅਸੀਂ ਜੀ ਨਹੀਂ ਸਕਦੇ। ਯਾਨੀ ਕਹਿਣ ਤੋਂ ਭਾਵ ਕਿ ਅਨੰਤ ਅਨੰਤ ਸਾਡੇ ਅੰਦਰ ਵੀ ਸੰਭਾਵਨਾਵਾਂ ਮੌਜੂਦ ਨੇ ਤੇ ਸਾਨੂੰ ਵਿਕਾਸ ਵਾਲੇ ਰਾਹ ਵੱਲ ਵਧਣਾ ਚਾਹੀਦਾ ਹੈ। ਚੰਗੇ ਗੁਣ ਆਪਣੇ ਜੀਵਨ ਦੇ ਅੰਦਰ ਧਾਰਨ ਕਰਨੇ ਚਾਹੀਦੇ। ਗੁਰੂ ਜੀ ਕਹਿੰਦੇ ਨੇ ਬਹੁਤਾ ਕਹੀਏ ਬਹੁਤਾ ਹੋ। ਕਿ ਜਦੋਂ ਅਸੀਂ ਇਹਨੂੰ ਬਹੁਤ ਬਹੁਤ ਕਹਿੰਦੇ ਆ ਨਾ, ਤੇ ਇਹ ਹੋਰ ਬਹੁਤਾ ਹੋ ਜਾਂਦਾ ਹੈ, ਫਿਰ ਬਹੁਤ ਬਚ ਜਾਂਦਾ ਹੈ, ਫਿਰ ਹੋਰ ਬਚ ਜਾਂਦਾ ਹੈ। ਇੱਕ ਬੱਚਾ ਸਮੁੰਦਰ ਦੇ ਕਿਨਾਰੇ ਤੇ ਬੈਠਾ ਰੋ ਰਿਹਾ ਸੀ, ਸਮੁੰਦਰ ਦੇ ਕਿਨਾਰੇ ਬੈਠਾ ਰੋ ਰਿਹਾ ਸੀ ਤੇ ਕਿਸੇ ਨੇ ਪੁੱਛਿਆ ਕਿ ਬੇਟਾ ਕਿਉਂ ਰੋ ਰਿਹਾ ਹੈ? ਕਹਿਣ ਲੱਗਾ ਅੱਜ ਮੈਂ ਅੰਕਲ ਸਵੇਰੇ ਘਰੋਂ ਨਿਕਲਿਆ ਸਾਂ ਕੁੱਜੀ ਲੈ ਕੇ, ਤੇ ਮੈਂ ਘਰੋਂ ਇਹ ਸਲਾਹ ਬਣਾ ਕੇ ਆਇਆ ਸਾਂ ਕਿ ਸਮੁੰਦਰ ਨੂੰ ਮੈਂ ਇਸ ਕੁੱਜੀ ਵਿੱਚ ਲਿਆ ਪਾ ਕੇ ਤੇ ਘਰ ਲੈ ਆਉਣਾ, ਤੇ ਮੈਂ ਸਵੇਰ ਦਾ ਟਰਾਈ ਕਰ ਰਿਹਾ ਵਾਂ, ਸਮੁੰਦਰ ਨੂੰ ਮੈਂ ਕੁੱਜੀ ਵਿੱਚ ਪਾਣਾ ਵਾਂ, ਇੰਨਾ ਕੁ ਪੈਂਦਾ ਬਾਕੀ ਫਿਰ ਬਚ ਜਾਂਦਾ, ਮੈਂ ਦੁਬਾਰਾ ਫਿਰ ਡੋਬਣਾ, ਫਿਰ ਕੁੱਜੀ ਵਿੱਚ ਸਮੁੰਦਰ ਪੈਂਦਾ ਹੈ, ਇੰਨਾ ਕੁ ਪੈਂਦਾ ਬਾਕੀ ਫਿਰ ਓਨਾ ਹੀ ਬਚ ਜਾਂਦਾ, ਬਾਕੀ ਫਿਰ ਓਨਾ ਹੀ ਬਚ ਜਾਂਦਾ। ਇਹ ਮੇਰੀ ਕੁੱਜੀ ਦੇ ਅੰਦਰ ਨਹੀਂ ਪੈ ਰਿਹਾ, ਇਹ ਕੁੱਜੀ ਮੇਰੀ ਵਿੱਚ ਸਮਾ ਨਹੀਂ ਰਿਹਾ। ਤੇ ਇਸ ਬਜ਼ੁਰਗ ਨੇ ਕਿਹਾ ਬੇਟਾ ਕੁੱਜੀ ਛੋਟੀ ਹੈ, ਸੀਮਤ ਹੈ, ਇਹਦੀ ਕੋਈ ਸੀਮਾ ਹੈ, ਇਹ 100-150 ਗ੍ਰਾਮ ਪਾਣੀ ਪੈ ਸਕਦਾ, ਇਸ ਤੋਂ ਜ਼ਿਆਦਾ ਨਹੀਂ। ਸਮੁੰਦਰ ਅਸੀਮ ਹੈ, ਇਹ ਤੇਰਾ ਯਤਨ ਨਿਰਰਥਕ ਹੈ, ਕੁੱਜੀ ਦੇ ਅੰਦਰ ਸਮੁੰਦਰ ਤੇਰੀ ਵਿੱਚ ਨਹੀਂ ਸਮਾਏਗਾ। ਕਹਿੰਦਾ ਅੰਕਲ ਸ਼ੋਰ? ਕਹਿੰਦਾ ਬਿਲਕੁਲ ਸ਼ੋਰ, ਤੇਰੀ ਕੁੱਜੀ ਦੇ ਅੰਦਰ ਸਮੁੰਦਰ ਨਹੀਂ ਸਮਾਏਗਾ। ਇਹ ਬੱਚਾ ਉੱਠਿਆ, ਇਹਨੇ ਆਪਣੀ ਕੁੱਜੀ ਭੁਆ ਕੇ ਸਮੁੰਦਰ ਦੇ ਵਿੱਚ ਸੁੱਟੀ ਤੇ ਖਿੜਖਿੜਾ ਕੇ ਤਾੜੀਆਂ ਮਾਰ ਕੇ ਹੱਸਿਆ। ਕਹਿਣ ਲੱਗਾ ਆ ਲੈ ਬਾਪੂ, ਜੇ ਸਮੁੰਦਰ ਮੇਰੀ ਕੁੱਜੀ ਦੇ ਵਿੱਚ ਨਹੀਂ ਸਮਾਂਦਾ, ਮੇਰੀ ਕੁੱਜੀ ਤਾਂ ਸਮੁੰਦਰ ਵਿੱਚ ਸਮਾ ਸਕਦੀ ਹੈ ਨਾ, ਮੇਰੀ ਕੁੱਜੀ ਸਮੁੰਦਰ ਵਿੱਚ ਸਮਾ ਸਕਦੀ ਹੈ। ਤੇ ਇਸ ਬਜ਼ੁਰਗ ਨੇ ਇਸ ਬੱਚੇ ਨੂੰ ਸੀਨੇ ਦੇ ਨਾਲ ਲਾਇਆ
ਬਜ਼ੁਰਗ ਦੀਆਂ ਅੱਖਾਂ ਚੋਂ ਹੰਝੂ ਆ ਗਏ। ਕਹਿਣ ਲੱਗਾ, ਇਹ ਮਾਸੂਮ ਬਾਲਕ, ਤੇਰੀ ਤੇ ਸਮੱਸਿਆ ਸ਼ਾਇਦ ਹੱਲ ਨਹੀਂ ਹੋਈ, ਪਰ ਤੂੰ ਮੇਰੀ ਇੱਕ ਬਹੁਤ ਵੱਡੀ ਸਮੱਸਿਆ ਹੱਲ ਕਰ ਦਿੱਤੀ ਹੈ। ਜਿਵੇਂ ਤੂੰ ਸਮੁੰਦਰ ਨੂੰ ਆਪਣੀ ਕੁੱਜੀ ਦੇ ਅੰਦਰ ਬੰਦ ਕਰਨਾ ਚਾਹੁੰਦਾ ਸੀ ਨਾ, ਕੈਦ ਕਰਨਾ ਚਾਹੁੰਦਾ ਸੀ, ਇਸੇ ਤਰ੍ਹਾਂ ਮੈਂ ਵੀ ਰੱਬ ਨੂੰ, ਰੱਬ ਦੇ ਕਰਨਿਆਂ ਨੂੰ ਆਪਣੇ ਸ਼ਬਦਾਂ ਔਰ ਲਫ਼ਜ਼ਾਂ ਦੀ ਕੁੱਜੀ ਦੇ ਵਿੱਚ ਬੰਦ ਕਰਨਾ ਚਾਹੁੰਦਾ ਸੀ। ਆਪਣੀ ਸੋਚ ਦੇ ਅੰਦਰ ਕੈਦ ਕਰਨਾ ਚਾਹੁੰਦਾ ਸੀ ਕਿ ਰੱਬ ਮੇਰੀ ਸੋਚ ਦੇ ਅੰਦਰ ਸਮਾ ਜਾਏ ਤੇ ਮੈਨੂੰ ਪੂਰੇ ਦਾ ਪੂਰਾ ਜਾਣ ਲਵਾਂ। ਤੇ ਜਿਵੇਂ ਅੱਜ ਤੂੰ ਕੁੱਜੀ ਸੁੱਟ ਦਿੱਤੀ ਹੈ ਨਾ, ਤੇ ਤੇਰੀ ਕੁੱਜੀ ਇਸ ਸਮੁੰਦਰ ਵਿੱਚ ਸਮਾ ਗਈ ਹੈ, ਅੱਜ ਮੈਨੂੰ ਵੀ ਪਤਾ ਲੱਗ ਗਿਆ ਕਿ ਰੱਬ ਮੇਰੀ ਸੋਚ ਵਿੱਚ ਨਹੀਂ ਸਮਾ ਸਕਦਾ, ਮੇਰੀ ਸੋਚ ਰੱਬ ਵਿੱਚ ਸਮਾ ਸਕਦੀ, ਮੇਰੀ ਸੋਚ ਰੱਬ ਵਿੱਚ ਸਮਾ ਸਕਦੀ, ਮੈਂ ਰੱਬ ਵਰਗਾ ਹੋ ਸਕਦਾ ਹਾਂ। ਇੱਕ ਬੂੰਦ ਸਮੁੰਦਰ ਦੇ ਅੰਦਰ ਸਮਾ ਕੇ ਸਮੁੰਦਰ ਵਰਗਾ ਹੋ ਸਕਦੀ ਹੈ, ਸਮੁੰਦਰ ਬੂੰਦ ਵਿੱਚ ਨਹੀਂ ਸਮਾ ਸਕਦਾ। ਜਿੰਨਾ ਕਹੋਗੇ ਉਹਨਾਂ ਹੋਰ ਵੱਧ ਜਾਏਗਾ, ਕੁੱਜੀ ਵਿੱਚ ਪਾਓਗੇ ਸਮੁੰਦਰ ਫਿਰ ਵੱਧ ਜਾਏਗਾ। ਸਾਡੇ ਲਫ਼ਜ਼, ਸਾਡੇ ਅੰਦਾਜ਼ੇ, ਸਾਡਾ ਗਿਆਨ ਇੱਕ ਉਹ ਕੁੱਜੀ ਹੈ, ਜਿਸ ਕੁੱਜੀ ਦੇ ਅੰਦਰ ਇਸ ਅਨੰਤ ਕਰਨੇ ਦੇ ਜਿਹੜਾ ਸਿਸਟਮ ਹੈ ਉਹਨੂੰ ਅਸੀਂ ਸਮਾਣਾ ਚਾਹੁੰਦੇ ਹਾਂ, ਕਦੇ ਵੀ ਨਹੀਂ ਸਮਾ ਪਾਏਗਾ, ਅੰਤ ਨਹੀਂ ਜਾਣ ਪਾਵਾਂਗੇ। ਹਾਂ, ਸਾਡੀ ਸੋਚ ਇਹਦੇ ਅੰਦਰ ਜਦੋਂ ਮਰਜ਼ੀ ਸਮਾ ਸਕਦੀ ਹੈ, ਤੇ ਜਿਵੇਂ ਜਿਵੇਂ ਅੱਗੇ ਜਾਓਗੇ ਹੋਰ ਵੱਧਦਾ ਜਾਏਗਾ। ਇਹਨੂੰ ਥੋੜਾ ਜਿਹਾ ਅਸਾਂ ਹੋਰ ਸਮਝਣਾ। ਕੋਈ ਬੰਦਾ ਦੀਵਾ ਲੈ ਕੇ ਨਿੱਕਾ ਜਿਹਾ ਨਾ ਤੇ ਪਹਾੜ ਵੱਲ ਜਾ ਰਿਹਾ ਸੀ, ਹੱਥ ਵਿੱਚ ਦੀਵਾ ਸੀ। ਜਦੋਂ ਉਹਨੇ ਸਫ਼ਰ ਆਪਣਾ ਸ਼ੁਰੂ ਕੀਤਾ ਤੇ ਰਾਸਤੇ ਵਿੱਚ ਪਹਾੜ ਆ ਗਿਆ। ਹੁਣ 15, 20, 25 ਕਿਲੋਮੀਟਰ ਪਹਾੜਾਂ ਦੇ ਵਿੱਚੋਂ ਰਾਸਤੇ ਤੋਂ ਜਾਣਾ ਸੀ, ਹਨੇਰਾ, ਦੀਵਾ ਲੈ ਕੇ ਉਹ ਚੱਲ ਰਿਹਾ ਸੀ। ਜਦੋਂ ਅੱਗੇ ਗਿਆ ਤੇ ਇੱਕ ਬੰਦਾ ਲਾਲਟੈਨ ਲੈ ਕੇ ਬੈਠਾ ਸੀ ਤੇ ਸੜਕ ਦੇ ਉੱਤੇ ਬੈਠਾ ਸੀ। ਉਸ ਦੀਵੇ ਵਾਲੇ ਨੇ ਪੁੱਛਿਆ ਕਿ ਸੱਜਣਾ, ਤੂੰ ਇਸ ਟਾਈਮ ਇਸ ਘਾਟੀ ਦੇ ਵਿੱਚ ਕਿਉਂ ਬੈਠਾ ਲਾਲਟਨ ਲੈ ਕੇ, ਕੀ ਰੀਜ਼ਨ ਹੈ? ਕਹਿਣ ਲੱਗਾ, ਮੈਂ ਸਫ਼ਰ ਤੇ ਜਾਣਾ ਹੈ ਤੇ ਇਹ ਜੰਗਲੀ ਰਾਸਤਾ ਹੈ, ਪਹਾੜੀ ਰਾਸਤਾ, ਹਨੇਰਾ ਹੋ ਗਿਆ ਤੇ ਮੈਂ 20-25 ਕਿਲੋਮੀਟਰ ਲੰਘਣਾ ਹੈ ਤੇ ਮੈਂ ਇਸ ਕਰਕੇ ਜਾ ਰਿਹਾ ਵੀ ਜਾ ਨਹੀਂ ਰਿਹਾ, ਅੱਗੇ ਹਨੇਰਾ ਹੈ। ਕਹਿਣ ਲੱਗਾ, ਤੇਰੇ ਕੋਲ ਤੇ ਲਾਲਟੈਨ ਹੈ? ਕਹਿਣ ਲੱਗਾ, ਲਾਲਟੈਨ ਤੇ ਮੇਰੇ ਕੋਲ ਹੈ ਵੇ, ਪਰ ਇਸ ਲਾਲਟੈਨ ਦਾ ਚਾਨਣਾ ਤੇ 15-20 ਫੁੱਟ ਤੱਕ ਹੀ ਜਾ ਰਿਹਾ ਤੇ ਮੈਂ ਜਾਣਾ 20-25 ਕਿਲੋਮੀਟਰ, ਇਹਦਾ ਚਾਨਣਾ ਸਿਰਫ 20-25 ਫੁੱਟ ਤੱਕ ਹੈ, 15 ਫੁੱਟ ਤੱਕ ਹੈ, ਇਸ ਕਰਕੇ ਮੈਂ ਨਹੀਂ ਜਾ ਰਿਹਾ। ਉਹ ਕਹਿਣ ਲੱਗਾ, ਭਲੇ ਮਾਨਸਾ ਦੇਖ, ਮੇਰੇ ਕੋਲ ਨਿੱਕਾ ਜਿਹਾ ਦੀਵਾ ਹੈ, ਇਹਦਾ ਚਾਨਣਾ ਸਾਰਾ ਹੀ 5-6 ਫੁੱਟ ਹੀ ਹੈ, ਤੇ ਜਦੋਂ ਮੈਂ 1 ਫੁੱਟ ਅੱਗੇ ਤੁਰਨਾ ਤੇ ਇਹ 1 ਫੁੱਟ ਅੱਗੇ ਹੋਰ ਹੋ ਜਾਂਦਾ ਹੈ। ਜਿੰਨਾ ਮੈਂ ਅੱਗੇ ਤੁਰਨਾ ਇੰਨਾ ਇਹਨੇ ਚਾਨਣੇ ਨੇ ਮੇਰੇ ਤੋਂ 5 ਫੁੱਟ ਅੱਗੇ ਹੀ ਰਹਿਣਾ ਹੈ। ਤੇਰੇ ਕੋਲ ਤੇ 10-15-20 ਫੁੱਟ ਤੱਕ ਤੇਰਾ ਚਾਨਣਾ ਹੈ, ਤੁਰ ਕੇ ਤੇ ਵੇਖ, ਜਿੰਨਾ ਤੁਰੇਗਾ ਇਹਨੇ ਅੱਗੇ ਹੋਰ ਹੋ ਜਾਣਾ ਉਹਨਾਂ, ਤੇ ਤੇਰਾ ਸਫ਼ਰ ਤੇ ਆਰਾਮ ਨਾਲ ਮੁੱਕ ਜਾਏਗਾ। ਇਹ ਬੰਦਾ ਤੁਰਿਆ ਵਾਸਤਵ ਦੇ ਵਿੱਚ ਹੀ, ਜਦੋਂ ਅੱਗੇ ਤੁਰ ਰਿਹਾ ਤੇ ਚਾਨਣ ਅੱਗੇ ਅੱਗੇ ਹੋਈ ਜਾਂਦਾ ਨਾ, ਚਾਨਣ ਅੱਗੇ, ਜਿੰਨਾ ਅੱਗੇ ਤੁਰੋਗੇ ਚਾਨਣ ਅੱਗੇ ਜਾਏਗਾ। ਇਸ ਕਾਇਨਾਤ ਦੇ ਅੰਦਰ ਜਿੰਨਾ ਤੁਸੀਂ ਅੱਗੇ ਜਾਓਗੇ ਉਨੀ ਇਹ ਕਾਇਨਾਤ ਅੱਗੇ ਤੋਂ ਅੱਗੇ ਹੋ ਰਿਹਾ, ਪਰੇ ਤੋਂ ਪਰੇ ਹੈ, ਇਹਦਾ ਅੰਤ ਨਹੀਂ ਪਾਇਆ ਜਾ ਸਕਦਾ, ਅੰਤ ਪਾਇਆ ਨਹੀਂ ਜਾ ਸਕਦਾ। ਇਥੋਂ ਹੁਣ ਸਾਨੂੰ ਜ਼ਿੰਦਗੀ ਜੀਣ ਵਾਸਤੇ ਕੀ ਮਿਲਦਾ? ਅਸੀਂ ਆਮ ਕਹਿੰਦੇ ਹਾਂ ਸਾਡੀ ਯਾਦਦਾਸ਼ਤ ਬੜੀ ਕਮਜ਼ੋਰ ਹੈ, ਸਾਨੂੰ ਤੇ ਬਾਣੀ ਦੀ ਸਮਝ ਨਹੀਂ ਆਉਣੀ। ਇਹ ਸਾਡੀ ਸਮੱਸਿਆ ਹੈ ਨਾ ਸਾਰੇ ਵੀਰਾਂ ਭੈਣਾਂ, ਕਿਉਂ ਭੈਣੋ ਵੀਰੋ, ਹੈ ਨਾ, ਹੈ। ਲੇਕਿਨ ਸਮਝ ਆ ਸਕਦੀ ਹੈ, ਯਾਦ ਹੋ ਸਕਦਾ ਹੈ ਬਹੁਤ ਕੁਝ। ਸਾਨੂੰ ਜੋ ਸਾਈਕੈਟ੍ਰਿਕ ਸਾਇੰਟਿਸਟ ਜਾਂ ਸਾਈਕੋਲੋਜਿਸਟ ਵੀਰ ਦੱਸਦੇ ਨੇ, ਉਹ ਕਹਿੰਦੇ ਨੇ ਤੁਸੀਂ ਇੱਕ ਗੱਲ ਯਾਦ ਕਰੋ ਨਾ ਤੇ ਤੁਹਾਡੇ ਦਿਮਾਗ ਦੇ ਅੰਦਰ 10 ਗੱਲਾਂ ਹੋਰ ਯਾਦ ਕਰਨ ਲਈ ਜਗ੍ਹਾ ਪੈਦਾ ਹੋ ਜਾਂਦੀ। ਇੱਕ ਗੱਲ ਯਾਦ ਕਰੋ, 10 ਗੱਲਾਂ ਹੋਰ ਯਾਦ ਕਰਨ ਦੀ ਜਗ੍ਹਾ ਅੱਗੇ ਬਣ ਜਾਂਦੀ ਹੈ। ਦੂਜੀ ਗੱਲ ਯਾਦ ਕਰੋ, 10 ਗੱਲਾਂ ਯਾਦ ਰੱਖਣ ਵਾਸਤੇ ਹੋਰ ਪੈਦਾ ਹੋ ਜਾਣੇ। ਯਾਦ ਤੇ ਕਰੋ, ਉਹਨੂੰ ਵਰਤੋ। ਗਿਆਨ ਦੇ ਅੰਦਰ ਜਿੰਨਾ ਤੁਸੀਂ ਅੱਗੇ ਵਧੋਗੇ ਦਿਮਾਗ ਹੋਰ ਹੋਰ ਵੱਧਦਾ ਚਲਾ ਜਾਏਗਾ। ਜਿਵੇਂ ਅਸੀਂ ਕਿਤਾਬਾਂ ਵਿੱਚ ਲਿਖਿਆ ਪੜ੍ਹਦੇ ਹਾਂ, ਇਹ ਕਿੱਥੋਂ ਤੱਕ ਸੱਚ ਹੈ ਤਾਂ ਵਿਗਿਆਨਿਕ ਹੀ ਜਾਣ ਸਕਦੇ ਨੇ ਨਾ। ਜਿਵੇਂ ਆਮ ਕਹਿੰਦੇ ਨੇ ਕਿ ਸਾਰੀ ਜ਼ਿੰਦਗੀ ਦੇ ਅੰਦਰ ਬੰਦਾ ਜਿਹੜਾ ਹੈ, ਆਮ ਆਦਮੀ,
5 6 ਜਾਂ 7% ਆਪਣਾ ਦਿਮਾਗ ਯੂਜ਼ ਕਰ ਪਾਉਂਦਾ ਹੈ ਸਾਰੀ ਜ਼ਿੰਦਗੀ ਵਿੱਚ, ਸਾਡੇ ਵਰਗੇ ਜਿਹੜੇ ਬੰਦੇ ਨੇ। ਤੇ ਜਿਹੜੇ ਸਾਇੰਟਿਸਟ ਨੇ, ਜਿਨ੍ਹਾਂ ਨੇ ਖੋਜਾਂ ਕੀਤੀਆਂ ਨੇ, ਵੱਡੀਆਂ ਹਵਾਈ ਜਹਾਜ਼ ਬਣਾਏ ਨੇ, ਦੂਜੇ ਕੰਪਿਊਟਰ ਤੱਕ ਦੀ ਖੋਜ ਕੀਤੀ ਹੈ, ਉਹ ਆਪਣੀ ਜ਼ਿੰਦਗੀ ਦੇ ਅੰਦਰ ਸਾਰੇ ਦਿਮਾਗ ਦਾ 9-10% ਹੀ ਯੂਜ਼ ਕਰ ਪਾਉਂਦੇ। ਯਾਨੀ 8-9-10% ਦਿਮਾਗ ਯੂਜ਼ ਕਰਕੇ ਇੰਨੀਆਂ ਖੋਜਾਂ ਹੋਈਆਂ ਨੇ, ਤੇ ਹਾਲੇ ਕਿੰਨਾ ਅੱਗੇ ਸਾਡੇ ਅੰਦਰ ਨੌਲੇਜ ਹੈ। ਜਿਵੇਂ ਅਸੀਂ ਕਿਤਾਬਾਂ ਵਿੱਚ ਲਿਖਿਆ ਪੜ੍ਹਦੇ ਹਾਂ ਕਿ 1500 ਕਰੋੜ ਕੰਪਿਊਟਰ ਦੀ ਹਾਰਡ ਡਰਾਈਵ ਜਿੰਨੀ ਮੈਮਰੀ ਸਾਡੇ ਦਿਮਾਗ ਦੀ ਹੈ। ਜੇ ਇਹਦੀਆਂ ਸੀਡੀਜ਼ ਬਣਾਈਆਂ ਜਾਣ ਤਾਂ ਧਰਤੀ ਤੋਂ ਲੈ ਕੇ ਚੰਦਰਮਾ ਤੱਕ ਉੱਚਾ ਢੇਰ ਲੱਗੇਗਾ। ਜੇ ਇਹਦੀਆਂ ਬੁੱਕਸ ਲਿਖੀਆਂ ਜਾਣ ਤਾਂ ਪੂਰੀ ਦੁਨੀਆ ਦੇ ਬੱਚੇ ਦੇ ਹਿੱਸੇ 15-15 ਲਾਇਬ੍ਰੇਰੀਆਂ ਆਉਣਗੀਆਂ ਇਨ ਮੈਮਰੀ। ਹੁਣ ਬਹੁਤਾ ਕਹੀਏ ਬਹੁਤਾ ਹੋਏ ਤਾਂ ਲੋੜ ਤਾਂ ਵਰਤਨ ਦੀ ਹੈ ਨਾ। ਜਿਵੇਂ ਜਿਵੇਂ ਚੱਲੋਗੇ ਤਿਵੇਂ ਤਿਵੇਂ ਇਹ ਬ੍ਰਹਿਮੰਡ ਅੱਗੇ ਤੋਂ ਅੱਗੇ ਫੈਲਿਆ ਹੋਇਆ ਹੈ। ਇਸੇ ਤਰ੍ਹਾਂ ਸਾਨੂੰ ਜ਼ਿੰਦਗੀ ਜੀਣ ਵਾਸਤੇ ਇਥੋਂ ਕੀ ਮਿਲਦਾ ਹੈ, ਕਿਉਂਕਿ ਅਸੀਂ ਜ਼ਿੰਦਗੀ ਜੀਣੀ ਹੈ ਨਾ। ਬਾਣੀ ਸਾਡੇ ਵਾਸਤੇ ਵੇ ਆਫ ਲਾਈਫ ਹੈ, ਬਾਣੀ ਸਾਡੇ ਵਾਸਤੇ ਜੀਵਨ ਦੀ ਥੰਮੀ ਹੈ, ਸਾਡਾ ਸਹਾਰਾ ਹੈ, ਸਾਡਾ ਜੀਵਨ ਹੈ। ਬਾਣੀ ਸਾਡੇ ਵਾਸਤੇ ਰੱਬ ਹੈ, ਸਾਡਾ ਗੁਰੂ ਹੈ। ਇਥੋਂ ਅਸੀਂ ਜੀਵਨ ਦੀ ਜਾਚ ਸਿੱਖਣੀ ਹੈ। ਸਤ ਸੰਗਤ ਸਤਿਗੁਰ ਟਕਸਾਲ ਹੈ ਜਿਤ ਹਰ ਗੁਣ ਸਿੱਖਾ। ਇਹ ਸਾਨੂੰ ਸਿੱਖਣ ਲਈ ਕੀ ਚੀਜ਼ ਮਿਲ ਰਹੀ ਹੈ ਕਿ ਸਾਡੇ ਅੰਦਰ ਅਨੰਤ ਸੰਭਾਵਨਾ ਹੈ। ਜਿਵੇਂ ਤੁਸੀਂ ਅੱਗੇ ਵੱਧਦੇ ਚਲੇ ਜਾਓਗੇ, ਗਿਆਨ ਦਾ ਵਾਧਾ ਹੁੰਦਾ ਚਲਾ ਜਾਏਗਾ, ਰੁਕਾਵਟਾਂ ਨੂੰ ਤੁਸੀਂ ਤੋੜਦੇ ਚਲੇ ਜਾਓਗੇ, ਰਾਸਤੇ ਤੁਹਾਡੇ ਆਟੋਮੈਟਿਕਲੀ ਖੁੱਲਦੇ ਚਲੇ ਜਾਣਗੇ। ਤੁਰੋ, ਤੁਸੀਂ ਯਤਨ ਤੇ ਕਰੋ। ਬਹੁਤਾ ਕਹੀਏ ਬਹੁਤਾ ਹੋਏ, ਜਿਵੇਂ ਜਿਵੇਂ ਬਹੁਤਾ ਕਹੋਗੇ ਉਵੇਂ ਉਵੇਂ ਬ੍ਰਹਿਮੰਡ ਹੋਰ ਬਹੁਤਾ ਹੁੰਦਾ ਜਾਏਗਾ। ਲੋਕ ਇਹਨੂੰ ਹੀ ਵਰਤ ਲੈਂਦੇ ਨੇ, ਬਹੁਤਾ ਕਹੀਏ ਬਹੁਤਾ ਹੋਏ। ਵੀ ਜੇ ਅਸੀਂ ਕਹੀਏ ਨਾ ਵੀ ਸਾਡੇ ਕੋਲ ਪੈਸਾ ਨਹੀਂ, ਤੇ ਲੋਕੀ ਕਹਿੰਦੇ ਨੇ ਬਹੁਤਾ ਕਹੀਏ ਬਹੁਤਾ ਹੋਏ, ਵੀ ਬਹੁਤਾ ਕਹਿਣ ਨਾਲ ਬਹੁਤਾ ਹੋ ਜਾਂਦਾ। ਇਹ ਨਹੀਂ ਕਿ ਪੈਸੇ ਨਾਲ ਬਹੁਤਾ ਪੈਸਾ ਕਹੀ ਜਾਓ ਤੇ ਬਹੁਤਾ ਹੋ ਜਾਏ, ਇਹ ਨਹੀਂ ਗੱਲ। ਇੱਥੇ ਵਿਕਾਸ ਦੀ ਹੈ ਗੱਲ, ਇੱਥੇ ਬ੍ਰਹਿਮੰਡ ਦੀ ਹੈ। ਉਹ ਕੋਈ ਸ਼ਾਹੂਕਾਰ ਦੇ ਕੋਲ ਗਿਆ ਬੰਦਾ ਤੇ ਕਹਿਣ ਲੱਗਾ, ਲਾਲਾ ਜੀ ਤੁਸੀਂ ਇੰਨੇ ਅਮੀਰ ਕਿਉਂ ਹੋ ਗਏ ਹੋ? ਸਾਡੇ ਕੋਲ 15-20 ਕਿੱਲੇ ਜ਼ਮੀਨ ਹੈ ਤੇ ਅਸੀਂ ਅਮੀਰ ਨਹੀਂ ਹੋ ਪਾਏ, ਤੇ ਤੁਸੀਂ ਇਹ ਛੋਟੀ ਜਿਹੀ ਦੁਕਾਨ ਦੇ ਵਿੱਚੋਂ ਇੰਨਾ ਕੁਛ, ਇੰਨੇ ਅਮੀਰ ਤੁਹਾਡੇ ਕੋਲ 20-20 ਕਿੱਲੇ ਵਾਲੇ ਕਿੰਨੇ ਸਾਰੇ ਗਾਹਕ ਆਉਂਦੇ ਨੇ, ਤੇ ਤੁਸੀਂ ਕਮਾਈ। ਉਹ ਕਹਿਣ ਲੱਗਾ ਜੀ ਇਹ ਨਾ, ਉਹਨੂੰ ਕਹਿਣ ਲੱਗਾ ਬੰਦੇ ਨੂੰ ਜਿਹੜਾ ਪੁੱਛ ਰਿਹਾ ਸੀ ਸਵਾਲੀਆ, ਤੇ ਸ਼ਾਹੂਕਾਰ ਨੇ ਦੱਸਿਆ ਕਿ ਪੈਸੇ ਨੂੰ ਪੈਸਾ ਕਮਾਉਂਦਾ, ਪੈਸੇ ਨੂੰ ਪੈਸਾ ਕਮਾਉਂਦਾ। ਉਹਨੇ ਕਿਹਾ ਫਿਰ ਤਾਂ ਠੀਕ ਹੈ, ਉਹਦੇ ਕੋਲ ਰੁਪਈਆ 100 ਸੀ ਤੇ ਉਹਨੇ ਸ਼ਾਹੂਕਾਰ ਦੀ ਗੋਲਕ ਦੇ ਵਿੱਚ ਪਾ ਦਿੱਤਾ, ਤੇ ਸ਼ਾਹੂਕਾਰ ਹੀ ਵੇਖਦਾ ਰਿਹਾ। ਤੇ ਹੁਣ ਜਿਹੜਾ ਪੈਸਾ ਪਾਉਣ ਵਾਲਾ ਸੀ ਉਹ ਗੋਲਕ ਵੱਲ ਵੇਖੇ ਤੇ ਘੜੀ ਮਗਰੋਂ ਜੇਬ ਦੇ ਵਿੱਚ ਹੱਥ ਪਾਏ, ਕਦੇ ਐਸ ਕਦੇ ਐਸ ਵਿੱਚ। ਕਹਿੰਦਾ ਕੀ ਕਰ ਰਹੇ ਹੋ? ਕਹਿੰਦਾ ਮੈਂ ਪਾਇਆ ਸੀ ਨਾ ਪੈਸਾ ਵਿੱਚ, ਤੇ ਉਹ ਪੈਸੇ ਨੂੰ ਪੈਸਾ ਕਮਾ ਕੇ ਹੁਣ ਬਾਹਰ ਨਿਕਲੇਗਾ, ਮੈਂ ਜੇਬਾਂ ਵਿੱਚ ਵੇਖ ਰਿਹਾ, ਹਾਲੀ ਆਏ ਤੇ ਹੈ ਨਹੀਂ। ਤੇ ਉਹ ਕਹਿਣ ਲੱਗਾ, ਭਾਈ ਸਾਹਿਬ ਤੁਸੀਂ ਜਾਓ, ਇਹ ਗੋਲਕ ਵਾਲੇ ਪੈਸੇ ਨੇ ਤੇਰੇ ਪੈਸੇ ਨੂੰ ਕਮਾ ਲਿਆ, ਵਾਪਸ ਨਹੀਂ ਆਉਣ ਲੱਗਾ। ਯਾਨੀ ਐਸੀਆਂ ਮੂਰਖਤਾਵਾਂ ਦੇ ਨਾਲ ਥੋੜਾ ਪੈਸਾ ਬਣੇਗਾ, ਵਿਕਾਸ ਹੋਏਗਾ। ਲਾ ਆਫ ਨੇਚਰ ਨੂੰ ਸਮਝ ਕੇ ਬਹੁਤ ਵੱਡਾ ਵਿਕਾਸ ਕੀਤਾ ਜਾ ਸਕਦਾ ਹੈ। ਹਰ ਇੱਕ ਦੇ ਅੰਦਰ ਸੰਭਾਵਨਾ ਹੈ। ਬਹੁਤਾ ਕਹੀਏ ਬਹੁਤਾ ਹੋਏ, ਇਸ ਅੰਤ ਨੂੰ ਅਸੀਂ ਜਾਣ ਨਹੀਂ ਸਕਦੇ। ਜਿਵੇਂ ਜਿਵੇਂ ਅਸੀਂ ਬਹੁਤਾ ਕਹਿੰਦੇ ਹਾਂ, ਖੋਜਾਂ ਕਰਦੇ ਹਾਂ, ਅੱਗੇ ਫਿਰ ਬਚ ਜਾਂਦਾ ਹੈ। ਉਸ ਬੱਚੇ ਦੀ ਕੁੱਜੀ ਦੀ ਤਰ੍ਹਾਂ ਇੰਨਾ ਕੁ ਸਮੁੰਦਰ ਪੈਂਦਾ, ਬਾਕੀ ਫਿਰ ਬਚ ਜਾਂਦਾ। ਯਾਨੀ ਪ੍ਰਭੂ ਦੇ ਕਰਨਿਆਂ ਦਾ, ਉਹਦੀ ਕੁਦਰਤ ਦਾ, ਉਹਦੀਆਂ ਦਾਤਾਂ ਦਾ ਅੰਤ ਨਹੀਂ ਪੈ ਸਕਦਾ। ਇੱਥੇ ਅਨੰਤ ਹੈ ਸਭ ਕੁਝ। ਵੱਡਾ ਸਾਹਿਬ ਉੱਚਾ ਥਾਂ, ਉਹ ਵੱਡਾ ਹੈ, ਔਰ ਸਾਹਿਬ ਦਾ ਮਤਲਬ ਮਾਲਕ ਹੈ। ਵੱਡਾ ਸਾਹਿਬ ਉੱਚਾ ਥਾਂ ਦਾ ਮਤਲਬ ਇਹ ਨਹੀਂ ਹੈ ਕਿ ਉਹ 7ਵੇਂ 8ਵੇਂ ਆਸਮਾਨ ਵਿੱਚ ਬੈਠਾ ਹੋਇਆ ਹੈ। ਉੱਚਾ ਥਾਂ ਦਾ ਮਤਲਬ ਬੜੀ ਉੱਚੀ ਅਵਸਥਾ ਤੇ ਉਹਦੀ ਸੋਚ ਬੜੀ ਉੱਚੀ ਹੈ। ਉੱਚੀ ਸੋਚ ਤੇ ਜਾ ਕੇ ਉਹਨੂੰ ਜਾਣਿਆ ਜਾ ਸਕਦਾ ਹੈ। ਵਿਸ਼ਾਲ ਸੋਚ ਹੈ, ਉਹਦਾ ਟਿਕਾਣਾ ਬੜਾ ਉੱਚਾ ਹੈ, ਵੱਡਾ ਹੈ, ਮਹਾਨ ਹੈ। ਤਾਂ ਇਥੋਂ ਸਾਨੂੰ ਹੁਣ ਜੀਣ ਵਾਸਤੇ ਕੀ ਮਿਲ ਰਿਹਾ ਹੈ? ਵੱਡਾ ਸਾਹਿਬ, ਉੱਚਾ ਥਾਂ। ਪਹਿਲੀ ਗੱਲ ਤੇ ਉਹ ਵੱਡਾ ਹੈ ਤੇ ਸਾਡਾ ਮਾਲਕ ਹੈ। ਯਾਨੀ ਅਸੀਂ ਦਾਸ ਔਰ ਮਾਲਕ ਵਾਲਾ ਨਾਤਾ ਰੱਬ ਦੇ ਨਾਲ ਬਣਾਉਣਾ। ਤੇ ਯਾਦ ਰੱਖਣਾ
दास और मालक का नाता बहुत प्यारा है। ਇਹਦੇ ਵਿੱਚ ਇੱਕ ਸਿਫਤ ਹੈ ਕਿ ਮਾਲਕ ਦੀ ਚਲਦੀ। ਦਾਸ ਨੇ ਹੁਕਮ ਮੰਨਣਾ ਹੁੰਦਾ ਹੈ। ਜਿਹੜਾ ਨੌਕਰ ਹੈ, ਦਾਸ ਹੈ ਨਾ, ਵਰਕਰ ਹੈ, ਉਹਨੇ ਆਪਣੇ ਬੌਸ ਦਾ ਹੁਕਮ ਮੰਨਣਾ ਹੈ। ਬੌਸ ਦੇ ਉੱਤੇ ਹੁਕਮ ਚਲਾ ਨਹੀਂ ਸਕਦਾ। ਨੌਕਰ ਦੀ ਮਰਜ਼ੀ ਨਹੀਂ ਹੈ, ਮਰਜ਼ੀ ਮਾਲਕ ਦੀ। ਜੇ ਘਰ ਦੇ ਵਿੱਚ ਰਸੋਈਆ ਰੱਖਿਆ ਹੈ ਨਾ, ਤੇ ਮਾਲਕ ਨੇ ਜੇ ਕਿਹਾ ਹੈ ਨਾ ਅੱਜ ਭਿੰਡੀਆਂ ਬਣਾ, ਤੇ ਫਿਰ ਉਹ ਦਾਲ ਨਹੀਂ ਨਾ ਬਣਾ ਸਕਦਾ। ਜੇ ਦਾਲ ਬਣਾਏਗਾ ਤੇ ਗੜਬੜ ਹੋਏਗੀ। ਤਾਂ ਜਦੋਂ ਮਾਲਕ ਦਾ ਹੁਕਮ ਬੰਦਾ ਮੰਨਦਾ ਹੈ ਨਾ, ਤੇ ਕਈ ਵਾਰ ਫਿਰ ਮਾਲਕ ਉਹਦੇ ਤੇ ਖੁਸ਼ ਹੋ ਕੇ ਆਪਣੇ ਨੌਕਰਾਂ ਨੂੰ ਹੀ ਚਾਬੀਆਂ ਘਰ ਦੀਆਂ ਫੜਾ ਦਿੰਦੇ ਨੇ। ਇੰਨਾ ਵਿਸ਼ਵਾਸ ਕਰਦੇ ਨੇ। ਤਾਂ ਵਿਸ਼ਵਾਸ ਦਾ ਪਾਤਰ ਬਣਨਾ ਹੈ। ਆਪਣੀ ਮਰਜ਼ੀ ਛੱਡ ਕੇ ਰੱਬ ਦੀ ਰਜ਼ਾ ਮੁਤਾਬਕ, ਯਾਨੀ ਲਾ ਆਫ ਨੇਚਰ ਜੋ ਹੈ, ਉਹਦੇ ਮੁਤਾਬਕ ਅਸੀਂ ਜ਼ਿੰਦਗੀ ਜੀਣੀ ਹੈ। ਸਾਨੂੰ ਇਹ ਚੀਜ਼ ਮਿਲਦੀ ਹੈ, ਪਹਿਲੀ ਗੱਲ। ਦੂਜੀ ਗੱਲ ਇਹ ਹੈ ਕਿ ਉਹ ਸਾਹਿਬ ਹੈ ਤੇ ਅਸੀਂ ਉਹਦਾ ਰੂਪ ਹਾਂ। ਅਸੀਂ ਉਹਦਾ ਰੂਪ ਹਾਂ। ਸਾਡੇ ਅੰਦਰ ਵੀ ਜਦੋਂ ਸਾਹਿਬ ਦੇ ਨਾਲ ਜੁੜਾਂਗੇ ਤੇ ਸਾਡੇ ਅੰਦਰ ਵੀ ਮਾਲਕ ਵਾਲੇ ਗੁਣ ਆਣਗੇ। ਅਸੀਂ ਵੀ ਮਾਲਕ ਬਣਨਾ ਹੈ। ਤੇ ਮਾਲਕ ਕਿਹਦਾ ਬਣਨਾ ਹੈ? ਆਪਣੇ ਮਨ ਦਾ। ਮਨ ਦਾ ਦਾਸ ਨਹੀਂ ਬਣਨਾ। ਜੇ ਮਨ ਨੂੰ ਆਪਣਾ ਮਾਲਕ ਬਣਾਓਗੇ ਤੇ ਬੜਾ ਖਤਰਨਾਕ ਹੈ, ਤੇ ਜੇ ਮਨ ਨੂੰ ਆਪਣਾ ਦਾਸ ਬਣਾਓਗੇ ਤਾਂ ਇਹ ਬੜਾ ਸੁਖਦਾਇਕ ਹੈ। ਮਨ ਦੇ ਦਾਸ ਨਹੀਂ ਹੋਣਾ, ਮਨ ਦਾ ਮਾਲਕ ਬਣਨਾ ਹੈ। ਆਪਣੀਆਂ ਗਿਆਨ ਇੰਦਰੀਆਂ ਦਾ ਦਾਸ ਨਹੀਂ ਬਣਨਾ, ਇਹਨਾਂ ਦੇ ਮਾਲਕ ਬਣਨਾ ਹੈ। ਜੇ ਸਾਹਮਣੇ ਕੋਈ ਨਜ਼ਰ ਧੀ ਭੈਣ ਪਈ ਹੈ ਨਾ, ਤਾਂ ਜੋ ਮਨ ਕਹਿੰਦਾ ਉਵੇਂ ਨਹੀਂ ਉਹਨੂੰ ਵੇਖਣਾ। ਮਨ ਨੂੰ ਆਪਣਾ ਦਾਸ ਬਣਾਉਣਾ ਹੈ। ਅੱਖਾਂ ਨੂੰ ਆਪਣੀਆਂ ਦਾਸੀਆਂ ਬਣਾਉਣਾ ਹੈ ਕਿ ਇਹ ਅੱਖੋਂ ਇਹਨਾਂ ਹਰ ਧੀ ਭੈਣ ਨੂੰ ਆਪਣੀ ਧੀ ਭੈਣ ਕਰਕੇ ਵੇਖਣਾ। ਅੰਦਰ ਬਿਰਤੀ ਮਾਲਕ ਵਾਲੀ ਬਣਾਣੀ ਹੈ। ਅੱਖਾਂ ਨੂੰ ਇਹ ਆਦੇਸ਼ ਦੇਣਾ ਹੈ ਕਿ ਇਹ ਨੇਤਰੋ, ਇਹ ਜਿਹੜਾ ਵਿਸ਼ਵ ਸੰਸਾਰ ਵੇਖ ਰਹੇ ਹੋ ਨਾ, ਇਹਨੂੰ ਦੁੱਖਾਂ ਦਾ ਘਰ ਕਰਕੇ ਨਾ ਵੇਖੋ। ਇਹ ਵਿਸ਼ਵ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਕੰਨਾਂ ਨੂੰ ਆਪਣੇ ਨੌਕਰ ਬਣਾਣਾ ਹੈ। ਮਨ ਨੂੰ ਵੀ ਮਨ ਕੰਨਾਂ ਦੇ ਨਾਲ ਨਿੰਦਾ ਚੁਗਲੀ ਨਾ ਸੁਣੇ। ਮਨ ਨੂੰ ਨਾਲ ਹੀ ਕਹਿ ਦੇਣਾ ਵੀ ਨਾ ਸਜਣਾ, ਸੱਚ ਸੁਣਨਾ ਹੈ। ਇਸ ਰਵਣੋਂ ਮੇਰੇ ਹੋ ਸਾਚੇ ਸੁਣਨੇ ਨੂੰ ਪਠਾਏ। ਜਦੋਂ ਮਾਲਕ ਦੇ ਨਾਲ ਜੁੜੋਗੇ, ਮਾਲਕ ਵਾਲੇ ਗੁਣ ਆਉਣਗੇ। ਤੁਸੀਂ ਆਪਣੇ ਮਾਲਕ ਆਪ ਹੋਵੋਗੇ, ਆਪਣੇ ਮਨ ਦੇ ਮਾਲਕ ਹੋਵੋਗੇ। ਤੁਸੀਂ ਆਪਣੇ ਮਤ ਦੇ ਮਾਲਕ ਹੋ, ਔਰ ਮਤ ਨੂੰ ਗੁਰੂ ਦੇ ਅਧੀਨ ਰੱਖਣਾ ਹੈ। ਯੂਨੀਵਰਸਲ ਟਰੁੱਥ ਨੂੰ ਬੇਸ ਬਣਾ ਕੇ ਸੋਚਣਾ ਹੈ, ਸਮਝਣਾ ਹੈ। ਤੇ ਜਦੋਂ ਬੰਦਾ ਆਪਣੀਆਂ ਭਾਵਨਾਵਾਂ ਦੇ ਉੱਤੇ ਕੰਟਰੋਲ ਕਰਨਾ ਸਿੱਖ ਜਾਂਦਾ ਹੈ ਨਾ, ਉਦੋਂ ਇਸ ਦੀ ਜ਼ਿੰਦਗੀ ਸੁਖੀ ਔਰ ਸ਼ਾਂਤ ਹੋ ਜਾਂਦੀ ਹੈ। ਫਿਰ ਮਨ ਜੀਤੈ ਜਗ ਜੀਤ ਵਾਲੀ ਅਵਸਥਾ ਹੋ ਜਾਂਦੀ ਹੈ। ਫਿਰ ਬੰਦਾ ਆਪਣੇ ਗਿਆਨ ਇੰਦਰੀਆਂ ਦੇ ਉੱਤੇ ਕੰਟਰੋਲ ਕਰ ਲੈਂਦਾ। ਫਿਰ ਇਹ ਗਿਆਨ ਇੰਦਰੀ ਇਹਦੇ ਦਾਸ ਬਣ ਕੇ ਇਹਨੂੰ ਸੁਖ ਦਿੰਦੇ ਨੇ। ਹੁਣ ਮਨ ਤੁਹਾਡਾ ਹੈ, ਇਹ ਸਭ ਤੋਂ ਵਧੀਆ ਨੌਕਰ ਹੈ ਔਰ ਫ੍ਰੀ ਦਾ ਨੌਕਰ ਹੈ। ਜੋ ਤੁਸੀਂ ਕਹੋ ਇਹ ਉਸੇ ਤਰ੍ਹਾਂ ਹੀ ਤੁਹਾਨੂੰ ਕਰਕੇ ਵਿਖਾ ਦਿੰਦਾ ਹੈ, ਨਾਲ ਦੇ ਨਾਲ। ਮਰਜ਼ੀ ਤੁਹਾਡੀ ਹੈ। ਮੰਨ ਲਓ ਮੈਂ ਤੁਹਾਡੇ ਸਾਹਮਣੇ ਬੈਠਾ ਤੇ ਤੁਸੀਂ ਆਪਣੇ ਦਿਮਾਗ ਨੂੰ ਕਹੋ ਕਿ ਇਸ ਭਾਈ ਮੋਹਰ ਸਿੰਘ ਦੇ ਅੰਦਰ ਦੋਸ਼ ਲੱਭਣੇ ਨੇ, ਕਿ ਇਹਦੇ ਵਿੱਚ ਦੋਸ਼ ਕੀ ਨੇ, ਤਾਂ ਤੁਹਾਡਾ ਦਿਮਾਗ ਹਜ਼ਾਰਾਂ ਦੋਸ਼ ਲੱਭ ਦੇਵੇਗਾ। ਇਹਦੀ ਬੋਲ ਬਾਣੀ ਨਹੀਂ ਠੀਕ, ਰਹਿਤ ਨਹੀਂ ਠੀਕ, ਕੱਪੜੇ ਨਹੀਂ ਠੀਕ, ਇਹਨੂੰ ਰੋਟੀ ਖਾਣ ਦਾ ਨਹੀਂ ਪਤਾ, ਬੋਲਣ ਦਾ ਨਹੀਂ ਪਤਾ, ਹਜ਼ਾਰਾਂ ਦੋਸ਼ ਕੱਢ ਦੇਵੇਗਾ। ਦੋਸ਼ ਲੱਭੋਗੇ, ਦੋਸ਼ ਲੱਭ ਜਾਣਗੇ, ਇੱਕ ਨਹੀਂ ਹਜ਼ਾਰਾਂ ਲੱਭ ਜਾਣਗੇ। ਤੇ ਜੇ ਤੁਸੀਂ ਆਪਣੇ ਦਿਮਾਗ ਨੂੰ ਕਹੋ ਵੀ ਇਸ ਬੰਦੇ ਵਿੱਚ ਅਸੀਂ ਗੁਣ ਵੇਖਣੇ ਨੇ ਕਿਹੜੇ ਕਿਹੜੇ ਨੇ, ਤੇ ਤੁਹਾਡਾ ਦਿਮਾਗ ਗੁਣ ਵੀ ਲੱਭ ਦੇਵੇਗਾ। ਯਾਰ ਬੜੇ ਸਾਦੇ ਜਿਹੇ ਕੱਪੜੇ ਪਾਏ ਨੇ, ਬੜਾ ਸਾਦਾ ਜਿਹਾ ਬੰਦਾ ਹੈ, ਸਿੱਧੀ ਜੀ ਬੋਲੀ ਹੈ। ਕਹਿਣ ਤੋਂ ਭਾਵ ਕਿ ਜੇ ਗੁਣ ਲੱਭੋਗੇ, ਗੁਣ ਲੱਭ ਦੇਵੇਗਾ ਦਿਮਾਗ। ਜੇ ਔਗਣ ਲੱਭੋਗੇ, ਔਗਣ ਲੱਭ ਦੇਵੇਗਾ। ਇਸ ਦੁਨੀਆ ਵਿੱਚ ਜੇ ਆਪਣੇ ਦਿਮਾਗ ਨੂੰ ਕਹੋਗੇ ਨਾ ਵੀ ਇੱਥੇ ਦੁੱਖ ਲੱਭ, ਇਹਨੇ ਨਿਰੇ ਦੁੱਖਾਂ ਦੇ ਢੇਰ ਤੁਹਾਡੇ ਅੱਗੇ ਲਾ ਦੇਣਾ। ਦੁੱਖਾਂ ਦੇ ਢੇਰ ਲਾ ਦੇਣਾ। ਫਲਾਣਾ ਬੰਦਾ ਵੀ ਮੇਰੇ ਨਾਲ ਚੰਗਾ ਨਹੀਂ ਵਰਤਦਾ, ਮੇਰੀ ਨਨਾਣ ਨੇ ਵੀ ਮੇਰੇ ਨਾਲ ਠੀਕ ਨਹੀਂ ਵਰਤਾਵ ਕੀਤਾ, ਮੇਰੀ ਭਰਜਾਈ ਉਦੋਂ ਇੰਝ ਕਹਿ ਗਈ, ਭਰਾ ਦੇ ਕੋਲ ਮੈਂ ਗਈ ਸਾਂ ਪੇਕੇ ਤੇ ਉਹਨਾਂ ਨੇ ਉਦੋਂ ਵਰਤਾਵ ਚੰਗਾ ਨਹੀਂ ਕੀਤਾ, ਜਾਂ ਭੈਣ ਦੇ ਕੋਲ ਮੈਂ ਗਿਆ ਸਾਂ ਉਹਨੇ ਵਰਤਾਵ ਉਹਨਾਂ ਦੀ ਬੋਲ, ਉਹ ਨਿਰੇ ਤੁਹਾਡੇ ਵਾਸਤੇ ਢੇਰ ਲਾ ਦੇਵੇਗਾ।
ਤੇ ਜੇ ਤੁਸੀਂ ਗੁਣ ਲੱਭੋਗੇ ਚੰਗਿਆਈਆਂ, ਇਹਨੇ ਚੰਗਿਆਈਆਂ ਦੇ ਢੇਰ ਲਾ ਦੇਣੇ। ਹੁਣ ਇਹ ਤੁਹਾਡੀ ਮਰਜ਼ੀ ਹੈ ਵੀ ਇਸ ਦਿਮਾਗ ਨੂੰ ਕਿੱਧਰ ਲਾਓਗੇ। ਜੇ ਤੁਸੀਂ ਸਫਲਤਾ ਵਾਸਤੇ ਕਹੋਗੇ ਨਾ ਦਿਮਾਗ ਨੂੰ ਕਿ ਮੈਂ ਸਫਲ ਹੋਣਾ ਚਾਹੁੰਦਾ, ਤੇ ਮੈਂ ਸਫਲ ਕਿਵੇਂ ਹੋਵਾਂਗਾ, ਇਹ ਸਫਲਤਾ ਵਾਸਤੇ ਤੁਹਾਡੇ ਸਾਹਮਣੇ ਨਿਰੇ ਰਾਸਤੇ ਵਿਖਾ ਦੇਗਾ ਕਿ ਤੂੰ ਇਹ ਕੰਮ ਕਰ ਸਕਣਾ ਹੈ, ਤੇਰੇ ਅੰਦਰ ਇਹ ਸੰਭਾਵਨਾ ਹੈ। ਜੇ ਗੁਆਂਢੀਆਂ ਦਾ ਬੰਦਾ ਉਹ ਜੌਬ ਕਰਦਾ, ਨਿੱਕੀ ਦੀ ਜੌਬ ਤੇ ਲੱਗਾ ਸੀ, ਚਪੜਾਸੀ ਲੱਗਾ ਸੀ ਬੈਂਕ ਵਿੱਚ, ਅੱਜ ਉਹ ਬੈਂਕ ਮੈਨੇਜਰ ਬਣਿਆ ਪਿਆ। ਨਾਲ ਨਾਲ ਉਹ ਪੜ੍ਹਦਾ ਗਿਆ, ਨਾਲ ਨਾਲ ਉਹ ਤਰੱਕੀ ਕਰਦਾ ਗਿਆ, ਮੈਂ ਵੀ ਕਰ ਸਕਣਾ ਐਵੇਂ, ਮੈਂ ਵੀ ਆਪਣੇ ਬੱਚਿਆਂ ਨੂੰ ਐਵੇਂ ਪ੍ਰੇਰ ਸਕਣਾ। ਯਾਨੀ ਤੁਹਾਨੂੰ ਵਿਕਾਸ ਵਾਸਤੇ ਰਾਹ ਵਿਖਾ ਦੇਵੇਗਾ। ਫਲਾਣੇ ਬੰਦੇ ਨੇ ਨਿੱਕੀ ਜੀ ਸਬਜ਼ੀ ਦੀ ਦੁਕਾਨ ਖੋਲੀ ਸੀ, ਮੂੰਗਫਲੀ ਵੇਚਦਾ ਹੁੰਦਾ ਸੀ ਰੇਹੜੀ ਤੇ, ਮੂੰਗਫਲੀ ਤੋਂ ਹੌਲੇ ਹੌਲੇ ਨਿੱਕਾ ਜਿਹਾ ਖੋਖਾ ਬਣਾ ਲਿਆ, ਅੱਜ ਉਹ ਵਪਾਰੀ। ਮੈਂ ਵੀ ਹੋ ਸਕਣਾ ਵਾਂ। ਇਹ ਸੰਸਾਰ ਵਿੱਚ ਤੇ ਸੁੱਖ ਹੀ ਬੜੇ ਨੇ, ਇੱਥੇ ਤੇ ਆਨੰਦ ਹੀ ਬੜਾ ਹੈ। ਇਹ ਤੇ ਰਿਸ਼ਤੇਦਾਰਾਂ ਭੈਣਾਂ ਭਰਾਵਾਂ ਦੇ ਨਾਲ ਮਿਲ ਗਿਲ ਕੇ ਤੇ ਖੁਸ਼ੀ ਬੜੀ ਮਿਲਦੀ ਹੈ। ਹੋ ਸਕਦਾ ਨਾ। ਹੁਣ ਅਸੀਂ ਕਹਿੰਦੇ ਆ ਵੀ ਨਾ ਨਾ ਘਰ ਆਉਣ ਦਾ ਫਾਇਦਾ ਨਹੀਂ, ਉਹਨਾਂ ਨੂੰ ਸੱਦਾਂਗੇ, ਉਹਨਾਂ ਦੇ ਅਨਾਣੇ ਰੌਲਾ ਪਾਉਣਗੇ, ਐਵੇਂ ਉਹਨਾਂ ਨੇ ਕੱਪੜੇ ਖਿਲਾਰ ਦੇਣੇ ਨੇ, ਪਿਛਲੀ ਵਾਰੀ ਆਏ ਸਨ ਗਮਲਾ ਤੋੜ ਗਏ ਸਨ, ਛੱਡੋ ਪਰਾਂ ਉਹਨਾਂ ਨੂੰ। ਤੇ ਦੂਜਾ ਬੰਦਾ ਇਹ ਸੋਚਦਾ ਯਾਰ ਗਮਲਾ ਤੋੜ ਗਏ ਸਨ ਤੇ ਕੀ ਗੱਲ, ਕਿੰਨਾ ਮਜ਼ਾ ਆਇਆ ਸੀ, ਅਨਾਣਿਆਂ ਨੇ ਰੌਲਾ ਪਾਇਆ ਸੀ, ਚੁਟਕਲੇ ਸੁਣਾਏ ਸਨ, ਚੌਲ ਬਣਾਏ ਸਨ ਮਿੱਠੇ ਲੂਣੇ, ਤੇ ਕਿੰਨਾ ਆਨੰਦ ਬਣਿਆ ਸੀ। ਉਹਨਾਂ ਨੂੰ ਫਿਰ ਸੱਦਣਾ, ਦਾਦਾ 2 ਗਮਲੇ ਹੀ ਤੋੜ ਜਾਣਗੇ ਨਾ, ਹੋਰ ਕੀ ਹੋ ਜਾਏਗਾ, ਹੋਰ ਲੈ ਆਵਾਂਗੇ, ਗਮਲੇ ਉੱਤੇ ਰੱਖ ਲੈਂਦੇ। ਹੁਣ ਤੁਸੀਂ ਇਹ ਵੀ ਬੱਚਿਆਂ ਚੋਂ ਆਨੰਦ ਮੰਨਣਾ ਚਾਹੁੰਦੇ ਹੋ ਜਾਂ ਗਮੀਆਂ ਮੰਨਣਾ ਚਾਹੁੰਦੇ ਹੋ, ਇਹ ਤੁਹਾਡੇ ਤੇ। ਤਾਂ ਵੱਡਾ ਸਾਹਿਬ ਉਹ ਵੱਡਾ ਹੈ, ਵੱਡੇ ਜਿਗਰੇ ਵਾਲਾ ਹੈ ਤੇ ਮਾਲਕਾਂ ਦੀ ਤਰ੍ਹਾਂ ਸੋਚਦਾ ਹੈ। ਜੇ ਹੁਣ ਸਾਡੇ ਵੱਲ ਵੇਖੇ ਸੋਚੇ ਰੱਬ, ਇੱਕ ਕਹਾਣੀ ਹੈ, ਮੈਂ ਇਹ ਸਾਖੀ ਨਹੀਂ ਕਹਾਣੀ ਹੈ, ਤੇ ਕਹਾਣੀ ਹਮੇਸ਼ਾ ਝੂਠੀ ਹੁੰਦੀ ਹੈ, ਕਿਉਂਕਿ ਕਹਾਣੀ 2 ਸ਼ਬਦਾਂ ਤੋਂ ਬਣੀ ਹੈ, ਕਹਾ ਨੀ। ਨੀ ਦਾ ਮਤਲਬ ਨਹੀਂ ਹੈ, ਕਹਾ ਦਾ ਮਤਲਬ ਕਿਆ ਹੈ ਪਰ ਹੈ ਨਹੀਂ। ਕਹਾਣੀ ਝੂਠੀ ਹੁੰਦੀ ਹੈ ਕਿਉਂਕਿ ਉਹ ਕਹਾਣੀ ਹੈ, ਤੇ ਕਹਾਣੀ ਸੱਚੀ ਇਸ ਕਰਕੇ ਹੁੰਦੀ ਹੈ ਕਿ ਉਹ ਸੱਚ ਵੱਲ ਇਸ਼ਾਰਾ ਕਰਦੀ ਹੈ। ਇਸ ਲਈ ਕਹਾਣੀ ਨੂੰ ਸਿਰਫ ਪ੍ਰਤੀਕ ਸਮਝਣਾ ਹੈ। ਇਹ ਕਹਾਣੀ ਕਹਿ ਰਿਹਾ ਮੈਂ, ਜੋ ਮੈਂ ਕਹਿਣ ਲੱਗਾ ਸੱਚ ਨਹੀਂ, ਕਹਾਣੀ ਹੈ। ਕਹਿੰਦੇ ਨੇ ਇੱਕ ਵਾਰ ਕਿਸੇ ਪੈਗੰਬਰ ਨੇ ਖੁਦਾ ਨੂੰ ਆਖਿਆ ਕਿ ਇਹ ਖੁਦਾ, ਤੂੰ ਕਿੰਨਾ ਕੰਮ ਕਰਨਾ ਹੈ, ਰਚਨਾ ਰਚਨਾ ਹੈ, ਜੀਵਾਂ ਦੀ ਸੰਭਾਲ ਕਰਨਾ ਹੈ, ਤੇ ਆ ਰਾਸ਼ਨ ਪਾਣੀ ਤੂੰ ਵੰਡਦਾ ਥੱਕ ਜਾਂਦਾ ਹੋਏਗਾ, ਅੱਜ ਆ ਰਾਸ਼ਨ ਪਾਣੀ ਮੈਂ ਵੰਡ ਦੇਣਾ, ਤੂੰ ਆਰਾਮ ਕਰ ਲੈ। ਕਹਾਣੀ ਹੈ ਸਿਰਫ। ਤੇ ਖੁਦਾ ਕਹਿਣ ਲੱਗਾ ਤੇਰੇ ਤੋਂ ਇਹ ਕੰਮ ਹੋਣਾ ਨਹੀਂ। ਕਹਿਣ ਲੱਗਾ ਹੋਣਾ ਕਿਉਂ ਨਹੀਂ, ਵੰਡਣਾ ਹੀ ਆ, ਚਾਬੀ ਮੈਨੂੰ ਦੇ ਸਟੋਰ ਦੀ, ਮੈਂ ਵੰਡ ਦਿਆਂਗਾ, ਦੇਣਾ ਹੀ ਹੈ। ਉਹਨੇ ਕਿਹਾ ਵੀ ਲੈ, ਨਹੀਂ ਮੰਨਦਾ ਤੇ ਲੈ ਲੈ, ਚਾਬੀ ਦੇ ਦਿੱਤੀ, ਉਹਨੇ ਵੰਡ ਦਿੱਤਾ ਰਾਸ਼ਨ। ਲੇਕਿਨ ਇੱਕ ਬੰਦੇ ਨੂੰ ਉਸਨੇ ਰਾਸ਼ਨ ਨਹੀਂ ਦਿੱਤਾ। ਜਦੋਂ ਵੰਡਿਆ ਗਿਆ ਨਾ, ਤੇ ਰੱਬ ਨੇ ਪੁੱਛਿਆ ਵੀ ਰਾਸ਼ਨ ਵੰਡਤਾ ਸਾਰਿਆਂ ਨੂੰ? ਕਹਿਣ ਲੱਗਾ ਹਾਂ ਜੀ ਵੰਡਤਾ। ਕਹਿਣ ਲੱਗਾ ਉਹ ਬੰਦਾ ਭੁੱਖਾ ਬੈਠਾ ਹੈ। ਕਹਿੰਦਾ ਜੀ ਉਹ ਤੇ ਭੁੱਖੇ ਮਰਨ ਦਾ ਲਾਇਕ ਹੀ ਹੈ। ਇੰਨਾ ਨੀਚ ਕਰਮ ਉਹਨੇ ਕੀਤਾ ਹੈ, ਇੰਨਾ ਨੀਚ ਕਰਮ ਕਿ ਬੰਦਾ ਭੁੱਖੇ ਮਰਨ ਦੇ ਲਾਇਕ ਦਾ ਹੀ ਹੈ। ਮੈਂ ਪਾਪ ਬਿਆਨ ਕਰਕੇ ਨਹੀਂ ਦੱਸ ਸਕਦਾ ਤੁਹਾਡੇ ਸਾਹਮਣੇ ਜਿੰਨਾ ਉਹਨੇ ਨੀਚ ਕਰਮ। ਤੇ ਰੱਬ ਕਹਿਣ ਲੱਗਾ, ਖੁਦਾ ਕਹਿਣ ਲੱਗਾ ਵੀ ਮੈਂ ਤੈਨੂੰ ਕਿਹਾ ਸੀ ਨਾ ਵੀ ਤੇਰੇ ਤੋਂ ਕੰਮ ਨਹੀਂ ਹੋਣਾ। ਕਹਿਣ ਲੱਗਾ ਜੇ ਦੁਨੀਆ ਦੇ ਕੰਮ ਵੇਖ ਕੇ ਮੈਂ ਲੋਕਾਂ ਨੂੰ ਰਾਸ਼ਨ ਦਿਆਂ ਤੇ ਸਾਰੇ ਭੁੱਖੇ ਮਰਨ ਦੇ ਲਾਇਕ ਤੇ ਹੈ ਨਾ। ਦੋਸ਼ ਤਾਂ ਹਰ ਥਾਂ ਤੇ ਨੇ। ਉਹ ਸਾਹਿਬ ਦੀ ਤਰ੍ਹਾਂ ਸੋਚਦਾ ਹੈ, ਮਾਲਕ ਦੀ ਤਰ੍ਹਾਂ ਸੋਚਦਾ ਹੈ। ਤੇ ਜਦੋਂ ਅਸੀਂ ਉਹਦੇ ਸੇਵਕ ਬਣਾਂਗੇ ਨਾ, ਅਸੀਂ ਵੀ ਮਾਲਕ ਦੀ ਤਰ੍ਹਾਂ ਸੋਚਾਂਗੇ। ਸਾਡੀ ਸੋਚ ਘਟੀਆ ਨਹੀਂ ਰਹੇਗੀ, ਮਾਲਕਾਂ ਵਾਲੀ ਸੋਚ ਹੋਏਗੀ, ਮਹਾਨ ਸੋਚ ਹੋਏਗੀ। ਵੱਡਾ ਸਾਹਿਬ ਉਹ ਸਾਹਿਬ ਹੈ, ਅਸੀਂ ਉਹਦੇ ਦਾਸ ਹਾਂ। ਉੱਚਾ ਥਾਂ, ਉਹਦਾ ਥਾਂ ਬੜਾ ਉੱਚਾ ਹੈ, ਸੋਚ ਬੜੀ ਉੱਚੀ ਹੈ। ਤੇ ਜਿਹੜਾ ਉਸ ਉੱਚੇ ਦਾ ਸੇਵਕ ਹੋਏਗਾ ਉਹਦੀ ਸੋਚ ਵੀ ਉੱਚੀ ਹੋਏਗੀ। ਅਸੀਂ ਉਸੇ ਦਾ ਰੂਪ ਆ ਨਾ, ਮਨ ਤੋਂ ਜੋਤ ਸਰੂਪ ਹੈ। ਤਾਂ ਅਸੀਂ ਕਿਉਂ ਆਪਣੀ ਸੋਚ ਇੰਨੀ ਨੀਵੀਂ ਬਣਾਈ ਹੋਈ ਹੈ ਕਿ ਦੂਜਾ ਸਾਡੇ ਨਾਲ ਨਹੀਂ ਬੋਲਦਾ ਤੇ ਅਸੀਂ ਕਿਉਂ ਬੋਲੀਏ, ਦੂਜਾ ਸਾਨੂੰ ਫੋਨ ਨਹੀਂ ਕਰਦਾ ਤੇ ਅਸੀਂ ਕਿਉਂ ਕਰੀਏ, ਵੱਡੀ ਭੈਣ ਨੇ ਫੋਨ ਨਹੀਂ ਕੀਤਾ ਤੇ ਮੈਂ ਕਿਉਂ ਕਰਦਾ, ਵੱਡਾ ਭਰਾ ਮੇਰੇ ਕੋਲ ਨਹੀਂ ਆਉਂਦਾ ਤੇ ਮੈਂ ਕਿਉਂ ਜਾਵਾਂ। ਇਹ ਤੇ ਘਟੀਆ ਸੋਚ ਹੈ। ਤੁਹਾਡੇ ਉਹਦੇ ਚ ਫਰਕ ਕੀ ਹੋਇਆ? ਉੱਚਾ ਉੱਚੀ ਸੋਚ। ਜੇ ਰੱਬ ਨਾਲ ਮਿਲਣਾ ਤੇ ਉੱਚੇ ਥਾਂ ਤੇ ਹੈ, ਉਹ ਉੱਚੀ ਸੋਚ ਬਣਾਓ। ਜੇ ਕੋਈ ਨਹੀਂ ਤੁਹਾਨੂੰ ਫੋਨ ਕਰਦਾ ਤੁਸੀਂ ਕਰ ਲਓ। ਜੇ ਕਿਸੇ ਨਾਲ ਅਣਬਣ ਹੋ ਗਈ ਹੈ ਤੇ ਤੁਸੀਂ ਉਹਦੇ ਘਰ ਚਲੇ ਜਾਓ, ਉਹਨੂੰ ਜਾ ਕੇ ਕਹਿ ਦਿਓ ਯਾਰ ਮੇਰੇ ਤੋਂ ਗਲਤੀ ਹੋ ਗਈ, ਮੰਗ ਲਓ ਮੁਆਫੀ, ਆਪਣੀ ਸੱਸ ਤੋਂ ਮੰਗ ਲਓ, ਨੂੰਹ ਤੋਂ ਮੁਆਫੀ ਮੰਗ ਲਓ, ਪੁੱਤਰ ਤੋਂ, ਦਿਲ ਤੋਂ
यार दोस्त सज्जन मित्र तो अपनी गलती ਨੂੰ ਮੰਨ ਲਓ ਪਹਿਲਾਂ, ਕੀ ਫਰਕ ਪਵੇਗਾ। ਰਿਸ਼ਤਿਆਂ ਦੇ ਵਿੱਚ ਜੰਗ ਨਾ ਲੜੋ। ਹੋ ਸਕਦਾ ਹੈ ਜੰਗ ਤੁਸੀਂ ਜਿੱਤ ਜਾਓ ਪਰ ਰਿਸ਼ਤਾ ਹਾਰ ਜਾਓਗੇ। ਕਿੰਨੇ ਲੋਕ ਨੇ ਜਿਨ੍ਹਾਂ ਨੇ ਰਿਸ਼ਤਿਆਂ ਵਿੱਚ ਜੰਗ ਜਿੱਤ ਲਈ ਪਰ ਰਿਸ਼ਤੇ ਹਾਰ ਗਏ ਨੇ, ਭੈਣ ਭਰਾ ਖਤਮ ਹੋ ਗਏ ਨੇ, ਪਤੀ ਪਤਨੀ ਦੇ ਰਿਸ਼ਤੇ ਟੁੱਟ ਗਏ ਨੇ, ਜੰਗ ਜਿੱਤ ਕੇ ਕੀ ਖੱਟਿਆ। ਇਸ ਲਈ ਜਦੋਂ ਆਪਣਿਆਂ ਦੇ ਨਾਲ ਜੰਗ ਹੋਵੇ ਨਾ, ਉਦੋਂ ਹਾਰ ਜਾਣ ਵਿੱਚ ਵੀ ਲਾਭ ਹੁੰਦਾ ਹੈ। ਮਾਲਕ ਦੀ ਤਰ੍ਹਾਂ ਸੋਚੋ, ਕਿਉਂ ਨਿੱਕੀਆਂ ਨਿੱਕੀਆਂ ਗੱਲਾਂ ਉਹਨੇ ਮੈਨੂੰ ਇਹ ਕਹਿ ਦਿੱਤਾ, ਉਹਨੇ ਕਹਤੇ ਗੱਲਾਂ ਨੇ ਕੋਈ ਸੋਚਣ ਵਾਲੀਆਂ। ਬਚਕਾਨਾ ਹਰਕਤਾਂ ਨਹੀਂ, ਉੱਚਾ ਥਾਂ ਹੈ ਉਹਦਾ, ਉੱਚੀ ਥਾਂ ਤੇ। ਇਸੇ ਲਈ ਕਬੀਰ ਜੀ ਕਹਿੰਦੇ ਨੇ, ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰਿੰਗ ਪਾਣੀ, ਰਾਮ ਕਬੀਰਾ ਏਕ ਪੈ ਹੈ ਕੋਈ ਨਾ ਸਕੇ ਪਛਾਣ। ਸਾਨੂੰ ਇਸ ਦੁਨੀਆ ਵਿੱਚ ਕੋਈ ਚੰਗਾ ਨਹੀਂ ਦਿਸਦਾ ਤੇ ਭਗਤ ਕਬੀਰ ਜੀ ਕਹਿੰਦੇ ਨੇ, ਮੈਨੂੰ ਕੋਈ ਮੰਦਾ ਨਹੀਂ ਦਿਸਦਾ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਕਿਹਨੂੰ ਭਲਾ ਮੰਦਾ ਕਵਾਂ, ਸਾਰੇ ਇੱਕੋ ਤੋਂ ਪੈਦਾ ਹੋਏ ਨੇ। ਬਾਬਾ ਫਰੀਦ ਜੀ ਕਹਿੰਦੇ ਨੇ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ, ਕਿਹਨੂੰ ਮੰਦਾ ਕਵਾਂ ਕਿਹਨੂੰ ਬੇਗਾਨਾ ਕਵਾਂ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਉੱਚੀ ਸੋਚ ਭਾਈ ਕਨਈਏ ਦੀ ਕਿੰਨੀ ਸੋਚ ਉੱਚੀ ਹੋਏਗੀ, ਜਿਹੜਾ ਮੈਦਾਨੇ ਜੰਗ ਦੇ ਅੰਦਰ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਰਿਹਾ ਨਾ। ਭਗਤ ਪੂਰਨ ਸਿੰਘ ਦੀ ਕਿੰਨੀ ਉੱਚੀ ਸੋਚ ਹੋਏਗੀ ਕਿ ਜਿਨ੍ਹਾਂ ਨੂੰ ਲੋਕਾਂ ਨੇ, ਬੱਚਿਆਂ ਨੂੰ, ਮਾਵਾਂ ਨੂੰ, ਪਿਓਾਂ ਨੂੰ ਘਰ ਨਹੀਂ ਸਾਂਭ ਸਕੇ, ਭਾਈ ਸਾਹਿਬ ਸਾਂਭਦੇ ਰਹੇ ਨਾ, ਤਾਂ ਉੱਚਾ ਥਾਂ ਹੋ ਜਾਏਗਾ ਉੱਚੇ ਥਾਂ ਵਾਲੇ ਦੇ ਨਾਲ ਜੁੜ ਕੇ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਉੱਚੇ ਉੱਪਰ ਉੱਚਾ ਨਾਉ। ਨਾਉ ਦਾ ਮਤਲਬ ਨਿਆਂ, ਉੱਚਿਆਂ ਤੋਂ ਉੱਚਾ ਹੈ ਉਹਦਾ ਨਿਆਂ। ਨਿਆਂ ਬੜਾ ਉੱਚਾ ਹੈ ਉਹਦਾ, ਮਹਾਨ ਹੈ। ਉਹ ਕਿਸੇ ਦੇ ਨਾਲ ਬੇਨਿਆਈ ਨਹੀਂ ਕਰਦਾ, ਹਰ ਇੱਕ ਦੇ ਨਾਲ ਨਿਆਂ ਕਰਦਾ ਹੈ। ਇਹ ਕੁਦਰਤ ਜਿਹੜੀ ਹੈ ਨਾ, ਇਹ ਕਿਸੇ ਦੇ ਨਾਲ ਬੇਨਿਆਈ ਨਹੀਂ ਇੱਥੇ ਹੋ ਰਹੀ, ਇੱਥੇ ਨੇਮਬੱਧ ਸਾਰਾ ਕੁਝ ਹੋ ਹੀ ਜਾ ਰਿਹਾ ਹੈ। ਕਿਸੇ ਦੇ ਨਾਲ ਬੇਨਿਆਈ ਹੁੰਦੀ ਹੈ ਕਿ ਸਵੇਰੇ ਸੂਰਜ ਚੜੇ ਤੇ ਕਿਸੇ ਗਰੀਬ ਦੇ ਘਰ ਮਤਲਬ ਹਨੇਰਾ ਹੀ ਰਵੇ, ਰਾਤ ਹੀ ਰਹਿ, ਤੇ ਅਮੀਰ ਦੇ ਘਰ ਦਿਨ ਹੋ ਜਾਏ। ਕਦੇ ਹੋਇਆ ਐਸਾ? ਨਾ ਹੋਏਗਾ। ਹਵਾ ਸਾਰਿਆਂ ਨੂੰ ਜੀਵਨ ਦੇ ਰਹੀ ਹੈ, ਗਰੀਬ ਨੂੰ ਵੀ, ਅਮੀਰ ਨੂੰ ਵੀ, ਪੜ੍ਹਿਆ ਨੂੰ ਵੀ, ਅਨਪੜ੍ਹਿਆ ਨੂੰ। ਧਰਤੀ ਸਾਰਿਆਂ ਨੂੰ ਚੁੱਕੀ ਫਿਰਦੀ ਹੈ, ਪਾਣੀ ਸਭ ਨੂੰ ਜੀਵਨ ਦੇ ਰਿਹਾ ਹੈ, ਚੰਦਰਮਾ ਸਭ ਨੂੰ ਚਾਨਣ ਦੇ ਰਿਹਾ। ਧਰਤੀ ਵਿੱਚ ਬੀਜ ਬੀਜੋਗੇ, ਅਮੀਰ ਬੀਜੇ ਜਾਂ ਗਰੀਬ ਬੀਜੇ, ਜੋ ਬੀਜੋਗੇ ਉੱਗੇਗਾ। ਨਿਆਂ ਹੋ ਰਿਹਾ ਹੈ ਇਸ ਦੁਨੀਆ ਵਿੱਚ ਨਾ, ਬੇਨਿਆਈ ਨਹੀਂ ਕਿਤੇ ਵੀ। ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਸਾਡੇ ਨਾਲ ਬੇਨਿਆਈ ਹੋਈ ਹੈ, ਪਰ ਬੇਨਿਆਈ ਇੱਥੇ ਹੈ ਨਹੀਂ। ਜੋ ਅਸੀਂ ਸੋਚਦੇ ਹਾਂ ਉਹ ਸਾਨੂੰ ਮਿਲ ਜਾਂਦਾ ਹੈ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਅਸੀਂ ਕੀ ਬੀਜ ਰਹੇ ਹਾਂ? ਦੇਖੋ, ਇਹਦੀ ਮੈਂ ਕਈ ਵਾਰ ਤੁਹਾਡੇ ਨਾਲ ਵਿਚਾਰ ਕਰ ਚੁੱਕਾ ਹਾਂ। ਹੁਣ ਅਸੀਂ ਬੀਜ ਕੀ ਰਹੇ ਹਾਂ? ਨੈਗੇਟਿਵ ਸੋਚ ਜਾਂ ਪੋਜ਼ਿਟਿਵ ਸੋਚ? ਅਸੀਂ ਬੀਜ ਰਹੇ ਹਾਂ, ਸੋਚ ਰਹੇ ਹਾਂ ਕਿ ਮੈਂ ਕੁਝ ਨਹੀਂ ਕਰ ਸਕਦਾ, ਮੇਰੇ ਨਾਲ ਤੇ ਕਿਸੇ ਦਾ ਵਿਹਾਰ ਹੀ ਚੰਗਾ ਨਹੀਂ, ਮੈਨੂੰ ਤੇ ਕੋਈ ਚੰਗਾ ਸਮਝਦਾ ਹੀ ਨਹੀਂ, ਮੈਂ ਤੇ ਕੁਝ ਕਰਨ ਜੋਗਾ ਹੀ ਨਹੀਂ ਹਾਂ, ਇਹਦੇ ਨਾਲੋਂ ਤੇ ਰੱਬ ਚੁੱਕ ਹੀ ਲਵੇ ਤੇ ਚੰਗਾ ਹੈ। ਮੇਰੇ ਚਾਰ ਚਫੇਰੇ ਤੇ ਜ਼ਾਲਮ ਲੋਕ ਹੀ ਰਹਿੰਦੇ ਨੇ, ਸਾਡੇ ਮਹੱਲੇ ਵਾਲਿਆਂ ਨੂੰ ਤੇ ਬੋਲਣ ਦੀ ਅਕਲ ਨਹੀਂ, ਸਾਡਾ ਸ਼ਹਿਰ ਤਾਂ ਬੈਕਵਰਡ ਏਰੀਆ ਹੈ। ਇਹ ਸੋਚ ਰਹੇ ਆ ਨਾ, ਇਹ ਬੀਜ ਰਹੇ ਆ ਤੇ ਇਹ ਹੀ ਉੱਗ ਰਿਹਾ ਹੈ। ਸਾਨੂੰ ਕੋਈ ਚੰਗਾ ਲੱਗਦਾ ਹੀ ਨਹੀਂ, ਨਾ ਸਾਨੂੰ ਕੋਈ ਚੰਗਾ ਸਮਝਦਾ, ਕਿਉਂਕਿ ਅਸੀਂ ਬੀਜ ਹੀ ਬੀਜੇ ਨੇ। ਅਸੀਂ ਸਭ ਕੌਨਸ਼ੀਅਸ ਦੇ ਅੰਦਰ ਸਿਗਨਲ ਹੀ ਦਿੱਤੇ ਨੇ ਤੇ ਕੌਨਸ਼ੀਅਸ ਮਾਈਂਡ ਵਿੱਚ ਸਿਗਨਲ ਵੀ ਇਹੀ ਆ ਰਹੇ ਨੇ, ਸਾਨੂੰ ਐਵੇਂ ਹੀ ਦਿਸ ਰਿਹਾ ਹੈ, ਅਸੀਂ ਐਵੇਂ ਦੇ ਹੀ ਹੋ ਗਏ ਹਾਂ, ਐਵੇਂ ਦਾ ਅਸੀਂ ਆਪਣਾ ਸੁਭਾਅ ਬਣਾ ਲਿਆ। ਲੇਕਿਨ ਕੁਝ ਲੋਕ ਉਹ ਨੇ ਜੋ ਕਹਿੰਦੇ ਨੇ, ਮੈਂ ਖੁਸ਼ ਹਾਂ, ਮੈਂ ਪ੍ਰਸੰਨ ਹਾਂ, ਇਸ ਸੰਸਾਰ ਵਿੱਚ ਚਾਰ ਚਫੇਰੇ ਖੁਸ਼ੀਆਂ ਨੇ, ਇੱਥੇ ਵਿਕਾਸ ਦੇ ਬੜੇ ਮੌਕੇ ਨੇ, ਇੱਥੇ ਹਰ ਪਲ ਮੇਰੇ ਵਾਸਤੇ ਵਿਕਾਸ ਦੀਆਂ ਸੰਭਾਵਨਾਵਾਂ ਨੇ, ਮੈਂ ਤਾਂ ਇੱਥੇ ਖੁਸ਼ੀਆਂ ਜਿੰਨੀਆਂ ਮਰਜ਼ੀ ਇਕੱਠੀਆਂ ਕਰ ਲਵਾਂ, ਮੈਂ ਜਿੰਨਾ ਮਰਜ਼ੀ ਮਹਾਨ ਹੋ ਸਕਦਾ ਹਾਂ, ਮੇਰੇ ਅੰਦਰ ਬਹੁਤ ਸਾਰੀਆਂ ਪੋਸੀਬਿਲਿਟੀਜ਼ ਨੇ। ਦੂਜੇ ਸਫਲ ਹੋ ਗਏ ਨੇ, ਮੈਂ ਵੀ ਸਫਲ। ਮੈਂ ਇਸ ਦੁਨੀਆ ਵਿੱਚ ਹਾਰਨ ਵਾਸਤੇ ਨਹੀਂ, ਜਿੱਤਣ ਵਾਸਤੇ ਆਇਆ ਹਾਂ। ਮੈਂ ਇਨਸਾਨੀਅਤ ਵਾਲੀ ਜ਼ਿੰਦਗੀ ਜੀਣੀ ਹੈ। ਇਹ ਬੀਜ ਬੀਜੋਗੇ ਸਬ ਕੌਨਸ਼ੀਅਸ ਦੇ ਅੰਦਰੋਂ, ਕੌਨਸ਼ੀਅਸ ਨੂੰ ਸਿਗਨਲ ਵੀ ਹੀ ਆਉਣਗੇ, ਅਸੀਂ ਐਵੇਂ ਦੇ ਹੋ ਜਾਵਾਂਗੇ। ਇਸੇ ਨੂੰ ਕਹਿੰਦੇ ਨੇ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇ ਅੰਦਰ ਬੈਠਾ। ਜੋ ਮੰਗ ਰਹੇ ਹੋ, ਜੋ ਬੀਜ ਰਹੇ ਹੋ, ਉਹ ਮਿਲ ਰਿਹਾ ਹੈ। ਇਸ ਲਈ ਚੰਗਾ ਬੀਜੋ,
ਚੰਗਾ ਸੋਚੋ, ਪੋਜ਼ਿਟਿਵ ਸੋਚੋ, ਪਿਆਰ ਵਾਲੇ ਬੋਲ ਬੋਲੋ, ਖੁਸ਼ੀਆਂ ਦੀਆਂ ਸੰਭਾਵਨਾਵਾਂ, ਵਿਕਾਸ ਦੀਆਂ ਸੰਭਾਵਨਾਵਾਂ, ਉਸ ਪਾਸੇ ਵੇਖਣ ਦਾ ਯਤਨ ਕਰੋ। ਤਾਂ ਗੁਰੂ ਜੀ ਕਹਿੰਦੇ ਨੇ ਉੱਚੇ ਉੱਪਰ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਨਾਉ ਦਾ ਮਤਲਬ ਨਿਆਂ। ਇਹ ਨਿਆਂ ਹੈ। ਜੇ ਚੰਗਾ ਸੋਚੋਗੇ ਚੰਗਾ ਹੋਏਗਾ, ਨੈਗੇਟਿਵ ਸੋਚੋਗੇ ਨੈਗੇਟਿਵ ਹੋ ਜਾਓਗੇ। ਹੁਣ ਇਹ ਨਿਆਂ ਹੈ ਨਾ। ਇਹ ਤੇ ਨਹੀਂ ਹੋ ਸਕਦਾ ਕਿ ਤੁਸੀਂ ਸੋਚੋ ਨੈਗੇਟਿਵ ਤੇ ਮਿਲਣ ਤੁਹਾਨੂੰ ਖੁਸ਼ੀਆਂ, ਐਵੇਂ ਤੇ ਕਦੇ ਵੀ ਨਹੀਂ ਹੋਣਾ। ਡਾਕਟਰ ਸਰੂਪ ਸਿੰਘ ਮਰਵਾਹਾ ਨੇ ਚਿੰਤਾ ਰੋਗ ਕਾਰਨ ਤੇ ਉਪਾਅ ਇੱਕ ਪੁਸਤਕ ਲਿਖੀ ਹੈ। ਉਹਦੇ ਵਿੱਚ ਬਹੁਤ ਵਧੀਆ ਚੀਜ਼ ਲਿਖਦੇ ਨੇ ਕਿ ਸਾਡੇ ਅੰਦਰ ਇਮੋਸ਼ਨਸ ਪੈਦਾ ਹੁੰਦੇ ਨੇ, ਤਰੰਗਾਂ, ਔਰ ਉਹ ਤਰੰਗ ਸਿਰ ਤੋਂ ਸ਼ੁਰੂ ਹੋ ਕੇ ਪੈਰਾਂ ਤੱਕ ਇੱਕ ਝਰਨਾਟ ਛੇੜਦੀ ਹੈ ਔਰ ਇੱਕ ਕਾਂਬਾ ਜਿਹਾ ਛੇੜ ਕੇ ਗੁਜ਼ਰ ਜਾਂਦੀ ਹੈ, ਆਪਣਾ ਪ੍ਰਭਾਵ ਸਾਡੇ ਸਰੀਰ ਤੇ ਛੱਡ ਜਾਂਦੀ ਹੈ। ਤੇ ਇਹ ਦੋ ਤਰ੍ਹਾਂ ਦੀਆਂ ਤਰੰਗਾਂ ਨੇ, ਇੱਕ ਪਲੀਜ਼ੈਂਟ ਇਮੋਸ਼ਨਸ ਔਰ ਇੱਕ ਅਨਪਲੀਜ਼ੈਂਟ ਇਮੋਸ਼ਨਸ। ਜੋ ਪਲੀਜ਼ੈਂਟ ਇਮੋਸ਼ਨਸ ਨੇ ਉਹ ਜਦੋਂ ਸਾਡੇ ਸਿਰ ਤੋਂ ਪੈਰਾਂ ਤੱਕ ਇੱਕ ਪਲੀਜ਼ੈਂਟ ਇਮੋਸ਼ਨਸ, ਇੱਕ ਤਰੰਗ ਪੈਦਾ ਹੁੰਦੀ ਹੈ, ਵਲਵਲਾ ਪੈਦਾ ਹੁੰਦਾ ਹੈ, ਸੋਚ ਪੈਦਾ ਹੁੰਦੀ ਹੈ, ਤਾਂ ਸਾਡੇ ਸਰੀਰ ਨੂੰ ਖੁਸ਼ੀ ਦੇ ਜਾਂਦੀ ਹੈ, ਸਾਡੇ ਸਰੀਰ ਨੂੰ ਰਿਲੈਕਸ ਕਰ ਦਿੰਦੀ ਹੈ, ਸਾਡੇ ਸਰੀਰ ਦਾ ਰੋਮ ਰੋਮ ਖਿੜ ਉੱਠਦਾ ਹੈ। ਤੇ ਜਦੋਂ ਅਨਪਲੀਜ਼ੈਂਟ ਇਮੋਸ਼ਨਸ ਪੈਦਾ ਹੁੰਦੇ ਨੇ, ਉਹ ਵੀ ਸਿਰ ਤੋਂ ਲੈ ਕੇ ਪੈਰਾਂ ਤੱਕ ਇੱਕ ਝਰਨਾਟ ਛੇੜਦੀ ਹੈ, ਤਰੰਗ ਖਤਮ ਹੋ ਜਾਂਦੀ ਹੈ। ਲੇਕਿਨ ਉਹ ਅਨਪਲੀਜ਼ੈਂਟ ਇਮੋਸ਼ਨਸ ਸਾਡੇ ਅੰਦਰ ਤਣਾਅ ਪੈਦਾ ਕਰ ਦਿੰਦੇ ਨੇ, ਸਾਡੀਆਂ ਨਾੜੀਆਂ ਮਾਸਪੇਸ਼ੀਆਂ ਦੇ ਅੰਦਰ ਖਿਚਾਵ ਪੈਦਾ ਹੋ ਜਾਂਦਾ ਹੈ, ਜਿਸ ਦੇ ਨਾਲ ਸਿਰ ਦਰਦ ਵੀ ਹੋ ਸਕਦੀ ਹੈ, ਮਾਈਗ੍ਰੇਨ ਹੋ ਸਕਦੀ ਹੈ, ਕਬਜ਼ ਹੋ ਸਕਦੀ ਹੈ, BP ਹਾਈ ਜਾਂ ਲੋ ਹੋ ਸਕਦਾ ਹੈ, ਔਰ ਇੱਥੋਂ ਤੱਕ ਕਿ ਨੈਗੇਟਿਵ ਥਿੰਕਿੰਗ ਦੇ ਨਾਲ ਅਲਸਰ ਤੱਕ ਵੀ ਹੋ ਜਾਂਦੇ ਨੇ, ਗੋਡਿਆਂ ਦੀਆਂ ਪੀੜਾਂ ਹੋ ਗਈਆਂ, ਨੀਂਦ ਦੀ ਸਮੱਸਿਆ ਹੋ ਗਈ, ਜਾਂ ਹੋਰ ਬਹੁਤ ਸਾਰੇ ਮਾਨਸਿਕ ਰੋਗ ਕ੍ਰੀਏਟ ਹੋ ਗਏ ਅਨਪਲੀਜ਼ੈਂਟ ਇਮੋਸ਼ਨਸ ਦੇ ਨਾਲ। ਹੁਣ ਇਹ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਪਲੀਜ਼ੈਂਟ ਇਮੋਸ਼ਨਸ ਪੈਦਾ ਕਰਨੇ ਨੇ ਜਾਂ ਅਨਪਲੀਜ਼ੈਂਟ। ਤੇ ਯਾਦ ਰੱਖਣਾ, ਪਲੀਜ਼ੈਂਟ ਇਮੋਸ਼ਨਸ ਸਚਾਈ, ਦਇਆ, ਪ੍ਰੇਮ, ਨਿਰਭੈਤਾ, ਨਿਰਵੈਰਤਾ, ਇਹਨਾਂ ਦੇ ਨਾਲ ਪਲੀਜ਼ੈਂਟ ਇਮੋਸ਼ਨਸ ਪੈਦਾ ਹੁੰਦੇ ਨੇ, ਸੰਤੋਖ ਆਦਿ ਸ਼ੁਭ ਗੁਣਾਂ ਦੇ ਨਾਲ ਪਲੀਜ਼ੈਂਟ ਇਮੋਸ਼ਨਸ ਪੈਦਾ ਹੁੰਦੇ ਨੇ, ਜੋ ਤੁਹਾਡੀ ਸਰੀਰ ਨੂੰ ਰਿਲੈਕਸ ਕਰਦੇ ਨੇ, ਜੋ ਸਾਡੇ ਦਿਲ ਦਿਮਾਗ ਦੇ ਅੰਦਰ ਖੁਸ਼ੀਆਂ ਪੈਦਾ ਕਰਦੇ ਨੇ। ਤੇ ਜੋ ਅਨਪਲੀਜ਼ੈਂਟ ਇਮੋਸ਼ਨਸ ਨੇ ਉਹ ਈਰਖਾ, ਕ੍ਰੋਧ, ਲੋਭ, ਲਾਲਚ ਔਰ ਇਹਨਾਂ ਮਾੜੀਆਂ ਹਰਕਤਾਂ ਕਰਕੇ, ਮਾੜੇ ਵਿਕਾਰਾਂ ਕਰਕੇ ਅਨਪਲੀਜ਼ੈਂਟ ਇਮੋਸ਼ਨਸ ਪੈਦਾ ਹੁੰਦੇ ਨੇ। ਤੇ ਉਹ ਅਨਪਲੀਜ਼ੈਂਟ ਇਮੋਸ਼ਨ ਸਾਡੇ ਮਾਸਪੇਸ਼ੀਆਂ ਦੇ ਅੰਦਰ ਤਣਾਅ ਔਰ ਖਿਚਾਵ ਸਾਡੇ ਅੰਦਰ ਪੈਦਾ ਕਰਦੇ ਨੇ, ਜਿਸ ਦੇ ਨਾਲ ਕਈ ਰੋਗਾਂ ਦੇ ਸਿੰਪਟਮ ਪੈਦਾ ਹੋ ਜਾਂਦੇ ਨੇ। ਹੁਣ ਇਹ ਨਿਆਂ ਇਸੇ ਨੂੰ ਕਹਿੰਦੇ ਨੇ, ਉੱਚੇ ਉੱਪਰ ਉੱਚਾ ਨਾਉ, ਇਹ ਨਿਆਂ ਹੈ ਨਾ। ਜੇ ਅਨਪਲੀਜ਼ੈਂਟ ਇਮੋਸ਼ਨਸ ਪੈਦਾ ਕਰੋਗੇ ਤਾਂ ਖੁਸ਼ੀਆਂ ਤਾਂ ਨਹੀਂ ਹੋਣਗੀਆਂ, ਸਰੀਰ ਰੋਗੀ ਹੋਏਗਾ। ਨਿਆਂ ਹੈ, ਲਾਅ ਆਫ ਨੇਚਰ ਹੈ, ਰੱਬ ਦਾ ਹੁਕਮ ਹੈ, ਰਜ਼ਾ ਹੈ, ਭਾਣਾ ਹੈ, ਕੋਈ ਵੀ ਸ਼ਬਦ ਵਰਤ ਲਓ। ਤੇ ਜੇ ਪਲੀਜ਼ੈਂਟ ਇਮੋਸ਼ਨਸ ਪੈਦਾ ਕਰੋਗੇ ਤਾਂ ਤੁਹਾਡੇ ਅੰਦਰ ਰਿਲੈਕਸੇਸ਼ਨਸ ਪੈਦਾ ਕਰਨਗੀਆਂ, ਖੁਸ਼ੀਆਂ ਪੈਦਾ ਕਰਨਗੀਆਂ, ਆਨੰਦ ਪੈਦਾ ਹੋਏਗਾ, ਪ੍ਰੇਮ ਦਾ ਭਾਵ ਪੈਦਾ ਹੋਏਗਾ। ਤੁਸੀਂ ਰਿਲੈਕਸ ਹੋਗੇ ਤਾਂ ਤੁਹਾਡੇ ਸਰੀਰ ਦੇ ਅੰਦਰੋਂ ਖਿਚਾਵ, ਤਣਾਵ ਖਤਮ ਹੋਏਗਾ। ਉਸ ਤਣਾਵ ਔਰ ਖਿਚਾਵ ਦੇ ਨਾਲ ਜੋ ਬਣੇ ਹੋਏ ਰੋਗ ਸਨ ਉਹ ਮੁੱਕਣਗੇ। ਤੇ ਪਲੀਜ਼ੈਂਟ ਇਮੋਸ਼ਨਸ ਪੈਦਾ ਹੋਣੇ ਨੇ ਸ਼ੁਭ ਗੁਣਾਂ ਦੇ ਨਾਲ, ਤਾਂ ਨਿਆਂ ਹੈ ਨਾ। ਇਸੇ ਨੂੰ ਕਹਿੰਦੇ ਨੇ ਨਿਆਂ। ਇਹ ਨਿਆਂ ਨਾਲ ਦੇ ਨਾਲ ਮਿਲ ਰਿਹਾ ਹੈ। ਇੱਕ ਬੱਚਾ ਸਕੂਲ ਵਿੱਚ ਜਾ ਕੇ ਮਿਹਨਤ ਕਰਦਾ ਹੈ, ਉਹ ਚੰਗੇ ਨੰਬਰ ਲੈ ਕੇ ਪਾਸ ਹੋ ਜਾਂਦਾ ਹੈ, ਉਹ ਇੰਜੀਨੀਅਰ ਬਣ ਜਾਂਦਾ ਹੈ, ਡਾਕਟਰ ਬਣ ਜਾਂਦਾ ਹੈ। ਲੋਕ ਕਹਿੰਦੇ ਨੇ ਕਿਸਮਤ ਵਾਲਾ ਸੀ। ਕਿਸਮਤ ਨੇ ਥੋੜਾ ਬਣਾਇਆ, ਕਿਸਮਤ ਉਹਨੇ ਆਪ ਲਿਖੀ ਹੈ, ਰਾਤਾਂ ਨੂੰ ਜਾਗ ਜਾਗ ਕੇ ਉਹ ਪੜ੍ਹਿਆ ਹੈ। ਇੱਕ ਪਹਾੜਾਂ ਦੀਆਂ ਉਚਾਈਆਂ ਤੇ ਪਹੁੰਚਿਆ ਹੋਇਆ ਲੋਕ ਉਹਨੂੰ ਕਹਿੰਦੇ ਨੇ ਕਿਸਮਤ ਵਾਲਾ ਹੈ। ਕਿਸਮਤ ਨਹੀਂ, ਉਹਦੇ ਪੈਰਾਂ ਦੇ ਛਾਲੇ ਦੇਖੋ, ਮਿਹਨਤ ਕੀਤੀ ਹੈ। ਇੱਕ ਬੱਚਾ ਘਰ ਫੇਲ ਹੋ ਗਿਆ ਤਾਂ ਅਸੀਂ ਕਹਿੰਦੇ ਆ ਮਾੜੀ ਕਿਸਮਤ। ਮਾੜੀ ਕਿਸਮਤ ਤੇ ਆਪੇ ਹੀ ਜਦੋਂ ਪੜ੍ਹਿਆ ਹੀ ਨਹੀਂ। ਇੱਕ ਬੱਚਾ ਆਇਆ ਘਰ ਤੇ ਕਹਿਣ ਲੱਗੇ, ਉਹਦੇ ਪਿਤਾ ਨੇ ਪੁੱਛਿਆ ਬੇਟਾ ਰਿਜ਼ਲਟ ਕਿਵੇਂ ਰਿਹਾ? ਕਹਿਣ ਲੱਗਾ ਡੈਡੀ ਮੈਂ ਫੇਲ ਹੋ ਗਿਆ। ਤੇ ਕਹਿਣ ਲੱਗਾ ਬੇਟਾ ਠੀਕ ਹੈ, ਕੋਈ ਗੱਲ ਨਹੀਂ, ਚਲੋ ਕਿਸਮਤ ਵਿੱਚ ਐਵੇਂ ਹੀ ਲਿਖਿਆ ਸੀ। ਕਹਿੰਦਾ ਕਿਸਮਤ ਵਿੱਚ? ਕਹਿੰਦਾ ਹਾਂ। ਕਹਿੰਦਾ ਡੈਡੀ ਫਿਰ ਵਧੀਆ ਹੋ ਗਿਆ, ਮੈਂ ਮਿਹਨਤ ਨਹੀਂ ਕੀਤੀ, ਨਹੀਂ ਤੇ ਮੇਰੀ ਮਿਹਨਤ ਬੇਕਾਰ ਜਾਣੀ ਸੀ, ਕਿਸਮਤ 'ਚ ਫੇਲ ਹੋਣਾ ਲਿਖਿਆ ਸੀ ਨਾ। ਤਾਂ ਕਹਿਣ ਤੋਂ ਮੁਰਾਦ ਇਹ ਹੈ
कि सानू पॉजिटिव सोचना चाहिए। ये न्याय है, इनू कहंदे ने न्याय। जे पॉजिटिव सोचोगे पॉजिटिव हो जाओगे, नैगेटिव सोचोगे नैगेटिव हो जाओगे। अगला बचन गुरदेव पातशाह जी करते ने, एवड ऊंचा होवे कोई तिस ऊंचे को जाने सोए। एडा उच्चा जे कोई होवे ਤਾਂ ਉਸ ਉੱਚੇ ਨੂੰ ਜਾਣ ਸਕਦਾ ਕਿ ਰੱਬ ਏਡਾ ਉੱਚਾ ਹੈ। ਮੰਨ ਲਓ ਕੋਈ 4 ਮੰਜ਼ਲ ਇਮਾਰਤ ਹੈ ਤੇ ਅਸੀਂ ਥੱਲੇ ਜ਼ਮੀਨ ਤੇ ਖਲੋਤੇ ਹਾਂ, ਤੇ ਜੇ ਸਾਨੂੰ ਕੋਈ ਪੁੱਛੇ ਕਿ ਚੌਥੀ ਮੰਜ਼ਲ ਦੇ ਉੱਤੇ ਕੀ ਕੁਛ ਹੈ ਤਾਂ ਕੀ ਦੱਸੋਗੇ? ਕੁਛ ਵੀ ਨਹੀਂ ਦੱਸ ਪਾਵਾਂਗੇ ਨਾ, ਅੰਦਾਜ਼ਾ ਲਾ ਸਕਦੇ ਹਾਂ, ਕਿਉਂਕਿ ਚੌਥੀ ਮੰਜ਼ਲ ਤੇ ਗਏ ਹੀ ਨਹੀਂ। ਜਿਹੜਾ ਚੌਥੀ ਮੰਜ਼ਲ ਤੇ ਜਾਏਗਾ ਉਹ ਹੀ ਦੱਸੇਗਾ ਨਾ ਕਿ ਇੱਥੇ ਕੁਛ ਹੈ, ਤੇ ਜਿਹੜਾ ਚੌਥੀ ਮੰਜ਼ਲ ਤੱਕ ਗਿਆ ਹੀ ਨਹੀਂ ਉਹ ਦੱਸ ਨਹੀਂ ਪਾਏਗਾ। ਇਸੇ ਤਰ੍ਹਾਂ ਜਿਵੇਂ ਅਸੀਂ ਪੁੱਛੀਏ ਕਿ ਕੈਲਕੱਤਾ ਵਿੱਚ ਕੀ ਕੁਛ ਹੈ, ਮੇਰੇ ਤੋਂ ਪੁੱਛੇ ਤੇ ਮੈਂ ਕਹਿਣਾ ਵੀ ਮੈਨੂੰ ਨਹੀਂ ਪਤਾ, ਮੈਂ ਕਲਕੱਤਾ ਗਿਆ ਹੀ ਨਹੀਂ। ਜਿੱਥੇ ਮੈਂ ਗਿਆ ਹੀ ਨਹੀਂ ਉਹਦੇ ਬਾਰੇ ਮੈਂ ਕੀ ਦੱਸਾਂ? ਜਿਹਨੂੰ ਮੈਂ ਵੇਖਿਆ ਹੀ ਨਹੀਂ ਕਿਵੇਂ ਦੱਸਾਂ? ਤਾਂ ਜੇ ਕੋਈ ਸਾਡੇ ਤੋਂ ਪੁੱਛੇ ਕਿ ਰੱਬ ਕਿਹੜਾ ਵੱਡਾ ਹੈ, ਤੇ ਹੁਣ ਮੈਂ ਚੌਥੀ ਮੰਜ਼ਲ ਤੇ ਗਿਆ ਹੀ ਨਹੀਂ, ਕਦ ਹੀ ਮੇਰਾ 6 ਫੁੱਟ ਹੈਗਾ, ਪੌਣੇ 6, ਤੇ ਮੈਂ 6 ਫੁੱਟ ਤੋਂ ਉੱਤੇ ਵੇਖ ਨਹੀਂ ਨਾ ਪਾਵਾਂਗਾ। ਜੇ 6 ਫੁੱਟ ਕੱਦ ਤੋਂ ਉੱਤੇ ਕੋਈ ਬੰਦਾ ਹੈ ਤਾਂ ਉਹ ਜਿਹਦਾ ਉੱਚਾ ਹੋਵਾਂਗਾ ਤਾਂ ਹੀ ਵੇਖਾਂਗਾ ਨਾ ਉਹਨੂੰ। ਰੱਬ ਜਿਹਦਾ ਉੱਚਾ ਹੋਵਾਂਗਾ ਤਾਂ ਹੀ ਹੈ ਨਾ। ਏਵਡ ਉੱਚਾ ਹੋਵੇ ਕੋਈ ਇਸ ਉੱਚੇ ਕੋ ਜਾਣੇ ਸੋਏ, ਉਹ ਹੀ ਉਹਨੂੰ ਜਾਣ ਸਕਦਾ ਹੈ। ਭਾਵ ਕਿ ਉਹਦੇ ਵਰਗਾ ਵੱਡਾ ਹੋਰ ਕੋਈ ਨਹੀਂ, ਨਾ ਉਹਨੂੰ ਕੋਈ ਜਾਣ ਸਕਦਾ ਹੈ। ਤਾਂ ਦੂਜੀ ਗੱਲ, ਇੱਥੋਂ ਸਾਨੂੰ ਜੀਵਨ ਵਾਸਤੇ ਕੀ ਮਿਲਦਾ ਹੈ? ਜੀਵਨ ਵਾਸਤੇ ਇੱਥੋਂ ਵੀ ਸਾਨੂੰ ਸਕਾਰਾਤਮਕ ਸੋਚ ਮਿਲ ਰਹੀ ਹੈ ਕਿ ਉਹ ਅਨੰਤ ਵੱਡਾ ਹੈ ਤੇ ਉਹਦੇ ਅੰਦਰ ਉਹ ਸਾਡਾ, ਅਸੀਂ ਉਹਦਾ ਹੀ ਰੂਪ ਹਾਂ। ਅਸੀਂ ਉਹਦਾ ਅੰਤ ਨਹੀਂ ਜਾਣ ਸਕਦੇ, ਪਰ ਅਸੀਂ ਮਹਾਨ ਉਚਾਈ ਦੇ ਮਾਲਕ ਹੋ ਸਕਦੇ ਹਾਂ। ਇਹ ਸੰਭਾਵਨਾ ਹੈ। ਹੁਣ ਅਗਲਾ ਬਚਨ ਕਰਦੇ ਨੇ, ਜੀਵੜ ਆਪ ਜਾਣੇ ਆਪ ਆਪ। ਆਪ ਆਪ ਦਾ ਮਤਲਬ ਆਪਣੇ ਆਪੇ ਨੂੰ। ਜਿਹੜਾ ਵੱਡਾ ਰੱਬ ਆਪ ਹੈ ਉਹ ਆਪਣੇ ਆਪੇ ਨੂੰ ਆਪ ਹੀ ਜਾਣਦਾ ਹੈ, ਦੂਜਾ ਉਹਨੂੰ ਨਹੀਂ ਜਾਣ ਸਕਦਾ, ਯਾਨੀ ਉਹਦਾ ਅੰਤ ਨਹੀਂ ਪਾਇਆ ਜਾਂਦਾ। ਤਾਂ ਹੁਣ ਇੱਥੋਂ ਵੀ ਸਾਨੂੰ ਜੀਣ ਵਾਸਤੇ ਵੱਡੀ ਸੰਭਾਵਨਾ ਮਿਲਦੀ ਹੈ ਕਿ ਅਸੀਂ ਉਸੇ ਦਾ ਰੂਪ ਹਾਂ, ਮਨ ਤੋਂ ਜੋਤ ਸਰੂਪ ਹੈ। ਤਾਂ ਅਸੀਂ ਵੀ ਆਪਣੇ ਆਪੇ ਦੇ ਅੰਦਰ ਸੰਭਾਵਨਾਵਾਂ ਵੇਖਣੀਆਂ ਨੇ। ਤੁਹਾਡੇ ਅੰਦਰ ਕਿਹੜੀ ਕਿਹੜੀ ਸੰਭਾਵਨਾ ਹੈ, ਮੇਰੇ ਅੰਦਰ ਕਿਹੜੀ ਕਿਹੜੀ ਸੰਭਾਵਨਾ ਹੈ, ਮੈਂ ਹੋਰ ਚੰਗਾ ਕੀ ਕਰ ਸਕਦਾ ਹਾਂ। ਮੰਨ ਲਓ ਹੁਣ ਮੇਰਾ ਕਥਾ ਦਾ ਪ੍ਰੋਫੈਸ਼ਨ ਹੈ, ਤਾਂ ਇਹਦੇ ਅੰਦਰ ਮੈਂ ਹੋਰ ਵਿਕਾਸ ਕੀ ਕਰ ਸਕਦਾ? ਮੈਂ ਗੁਰਬਾਣੀ ਦੀ ਵਿਚਾਰ ਆਪ ਨਾਲ ਸਾਂਝੀ ਕਰ ਰਿਹਾ ਤੇ ਇਹਦੇ ਵਿੱਚ ਮੈਂ ਹੋਰ ਕੀ ਵਿਕਾਸ ਕਰ ਸਕਦਾ? ਜਾਂ ਮੇਰੇ ਅੰਦਰ ਹੋਰ ਕਿਹੜੀਆਂ ਕਿਹੜੀਆਂ ਪੋਸੀਬਿਲਿਟੀਜ਼ ਨੇ, ਸੰਭਾਵਨਾਵਾਂ ਨੇ, ਮੈਂ ਉਸ ਪਾਸੇ ਵਧਣ ਦਾ ਯਤਨ ਕਰ ਸਕਦਾ ਹਾਂ। ਤੁਹਾਡੇ ਅੰਦਰ ਕਿਹੜੀ ਕਿਹੜੀ ਪੋਸੀਬਿਲਿਟੀਜ਼ ਨੇ, ਕਿਹੜੀ ਕਿਹੜੀ ਕੁਆਲਿਟੀਜ਼ ਨੇ, ਕਿਹੜੇ ਕਿਹੜੇ ਗੁਣ ਨੇ ਜਿਨ੍ਹਾਂ ਦਾ ਤੁਸੀਂ ਬਹੁਤ ਵਿਸਤਾਰ ਕਰ ਸਕਦੇ ਹੋ। ਅਨੰਤ ਅਨੰਤ ਹੈ ਨਾ। ਨਾਨਕ ਨਦਰੀ ਕਰਮੀ ਦਾਤ। ਨਦਰੀ ਦਾ ਮਤਲਬ ਪ੍ਰਭੂ ਦਾ ਜੋ ਨਜ਼ਰ ਦਾ, ਰਹਿਮਤ ਦਾ ਮਾਲਕ ਹੈ। ਦਾਤ ਦਾ ਮਤਲਬ ਦਾਤਾ। ਕਰਮੀ ਦਾ ਮਤਲਬ ਕਰਮ। ਵੈਸੇ ਇੱਥੇ ਕਰਮੀ ਦਾ ਮਤਲਬ ਕਿਰਪਾ ਵੀ ਕੀਤਾ ਹੈ ਵਿਦਵਾਨ ਪੁਰਸ਼ਾਂ ਨੇ, ਪਰ ਕਰਮੀ ਦਾ ਮਤਲਬ ਕਰਮ, ਕਿ ਕਰਮ ਕਰਨ ਦੇ ਨਾਲ ਉਹਦੀ ਦਾਤ ਮਿਲ ਸਕਦੀ ਹੈ। ਇਸ ਦੁਨੀਆ ਦੇ ਅੰਦਰ ਕਦੇ ਵੀ ਬੰਦਾ ਐਸੇ ਸਮਾਜ ਦੀ ਰਚਨਾ ਨਹੀਂ ਕਰ ਪਾਏਗਾ ਜਿੱਥੇ ਕੰਮ ਕਰਨ ਤੋਂ ਬਿਨਾਂ ਕੁਝ ਮਿਲ ਸਕਦਾ ਹੋਵੇ। ਕੰਮ ਕਰਨ ਤੋਂ ਬਿਨਾਂ ਇਹ ਰਚਨਾ ਸਾਨੂੰ ਮਿਲ ਗਈ ਹੈ, ਰਚੀ ਹੋਈ ਹੈ, ਮਾਂ-ਬਾਪ ਸਾਨੂੰ ਮਿਲੇ ਨੇ, ਪਰ ਇਹ ਜ਼ਿੰਦਗੀ ਜੀਣ ਵਾਸਤੇ ਸਾਨੂੰ ਕਰਮ ਕਰਨਾ ਪਵੇਗਾ। ਜੇ ਦਾਤ ਹਾਸਲ ਕਰਨੀ ਹੈ ਨਾ, ਤਾਂ ਉਹਦੇ ਵਾਸਤੇ ਕੁਝ ਕਰਮ ਕਰਨੇ ਪੈਣਗੇ। ਜਿਵੇਂ ਅਸੀਂ ਆਸਾ ਕੀ ਵਾਰ ਵਿੱਚ ਵਿਚਾਰ ਕੀਤੀ ਸੀ ਨਾ, ਕਿ ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੇ। ਕਰਮਾਤ ਦਾ ਮਤਲਬ ਦਾਤ, ਕਿ ਦਾਤ ਉਹ ਹੈ ਜੋ ਸਾਹਿਬ ਦੇ ਪ੍ਰਸੰਨ ਹੋਣ ਤੇ ਮਿਲੇ, ਜੋ ਸਾਡੇ ਕੰਮਾਂ ਤੋਂ ਪ੍ਰਸੰਨ ਹੋ ਕੇ ਸਾਨੂੰ ਦੇਵੇ, ਕਿ ਵਿਜਾਨੇ ਵਜੋਂ ਨਹੀਂ। ਕੰਮ ਵੇਖ ਕੇ ਤੇ ਬੰਦਾ ਪ੍ਰਸੰਨ ਹੋਵੇ ਤੇ ਉਹਨੂੰ ਫਿਰ ਇਨਾਮ ਦਿੱਤਾ ਜਾਏ, ਉਹਨੂੰ ਕਹਿੰਦੇ ਨੇ ਦਾਤ, ਗਿਫਟ, ਇਨਾਮ। ਤਾਂ ਐਸੇ ਕੰਮ ਕਰਨੇ ਰੱਬੀ ਰਜ਼ਾ ਦੇ ਅੰਦਰ ਕਰਨੇ ਕਿ ਰੱਬ ਦੀ ਪ੍ਰਸੰਨਤਾ ਮਿਲੇ ਤੇ ਸਾਨੂੰ ਖੁਸ਼ੀਆਂ ਮਿਲੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹਦੀ ਦਾਤ
हासिल करने वास्ते सानू उस मालिक की रहमत के पात्र बनना चाहिए। जो दी रहमत का पात्र बन जाता है उन्होंने दातां मिल जांदियां ने। जिड्डा वड्डा कोई पात्र है, जिड्डी किसी की योग्यता है, उन्नी उन्होंने दात मिल जाती है। जिन्नी चीज की रिक्वायरमेंट पूरी करोगे उन्ना हासिल कर लोगे। जे तुसी 10वीं तक पढ़े हो, रिक्वायरमेंट पूरी की तो 10वीं का सानू सर्टिफिकेट मिल गया। दूजा BA तक गया, उन्हें रिक्वायरमेंट की BA का सर्टिफिकेट, तीजा MA, अगला PhD, कोई डॉक्टर, कोई इंजीनियर, कोई वैज्ञानिक, कोई मनोवैज्ञानिक, जिन्ना मर्जी विकास करी जाओ। जिन्ने तुसी पात्र होगे उन्नियां दातां मिलदियां जाणगियां। जेडा वड्डा भांडा होएगा उन्ना वड्डा मिल जाएगा, जैसी सोच होएगी उन्ने सुख मिल जाना। तां गुरु साहब जी रहमत करन, इस पौड़ी राही सानू समझाया गया है कि कहण दे नाल, सुनन दे नाल, वेखण दे नाल उस मालक दा जिहड़ा है ना अंत नहीं पाया जाता। अंत कारण कीते बिल्ला है ताकि अंत न पाए जाहें। अनेकां लिलकणियां लै रहे ने कि उस रब दा अंत पा लवीए, पर अंत नहीं पैंदा। वो अनंत अनंत है, इत्थे किसी भी घाटा नहीं है। ਤਾਂ ਇਸ ਪੌੜੀ ਵਿੱਚੋਂ ਸਾਨੂੰ ਇਹ ਚੀਜ਼ ਮਿਲਦੀ ਹੈ ਕਿ ਰੱਬ ਅਨੰਤ ਹੈ, ਉਹਦਾ ਸੰਸਾਰ ਅਨੰਤ ਹੈ, ਉਹਦੀਆਂ ਦਾਤਾਂ ਅਨੰਤ ਨੇ, ਉਹਦੇ ਗੁਣ ਅਨੰਤ ਨੇ, ਉਹਦਾ ਨਿਆਂ ਸੱਚਾ ਹੈ, ਉਹਦਾ ਨਿਆਂ ਪੂਰਾ ਹੈ, ਉਹਦੇ ਨਿਆਂ ਤੋਂ ਅਸੀਂ ਬਚ ਨਹੀਂ ਸਕਦੇ। ਔਰ ਕੁਦਰਤ ਦੇ ਨਿਯਮਾਂ ਦੇ ਅੰਦਰ ਹਰ ਬੰਦੇ ਨੂੰ ਸੁੱਖ ਔਰ ਦੁੱਖ ਮਿਲਦਾ ਹੈ। ਜੈਸੇ ਵੀ ਬੀਜ ਬੀਜੇਗਾ ਵੈਸਾ ਹੀ ਉਹ ਪਾ ਲਵੇਗਾ। ਤਾਂ ਸਾਡੇ ਅੰਦਰ ਅਨੰਤ ਸੁੱਖਾਂ ਦੀਆਂ, ਅਨੰਤ ਗੁਣਾਂ ਦੀਆਂ, ਅਨੰਤ ਵਿਕਾਸ ਦੀਆਂ ਸੰਭਾਵਨਾਵਾਂ ਨੇ। ਸਾਨੂੰ ਉਸ ਉੱਚੇ ਸਾਹਿਬ ਦੇ ਗੁਣਾਂ ਨੂੰ ਗਾ ਕੇ ਤੇ ਆਪ ਉੱਚੇ ਔਰ ਮਹਾਨ ਹੋਣਾ ਚਾਹੀਦਾ ਹੈ। ਇਹ ਸੰਭਾਵਨਾਵਾਂ, ਇਹ ਪੋਸੀਬਿਲਿਟੀ ਸਾਡੇ ਸਾਰਿਆਂ ਦੇ ਅੰਦਰ ਮੌਜੂਦ ਨੇ। ਇੰਨਾ ਕੁਛ ਕਹਿੰਦਾ ਮੈਂ ਖਿਮਾ ਦਾ ਜਾਚਕ ਹਾਂ। ਅਗਲੀ ਕਾਰਵਾਈ ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ ਆਪ ਜੀ ਦੇ ਨਾਲ ਸਾਂਝੀ ਕਰਨਗੇ। ਮੇਰੇ ਤੋਂ ਬੋਲਦਿਆਂ ਕਿਸੇ ਕਿਸਮ ਦੀ ਗਲਤੀ ਭੁੱਲ ਹੋ ਗਈ ਹੋਵੇ ਤਾਂ ਮੈਂ ਖਿਮਾ ਚਾਹਾਂਗਾ। ਔਰ ਅੱਜ ਜੋ 24 ਨੰਬਰ ਪੌੜੀ ਦੀ ਵਿਚਾਰ ਕੀਤੀ ਹੈ, ਇਸ ਵਿਚਾਰ ਦੇ ਵਿੱਚ ਜੇ ਕਿਸੇ ਨੂੰ ਕੋਈ ਚੀਜ਼ ਸਮਝ ਨਹੀਂ ਆਈ ਜਾਂ ਕੋਈ ਆਪਣੇ ਵਿਊਜ਼ ਦੇਣਾ ਚਾਹੁੰਦਾ ਹੋਵੇ ਜਾਂ ਕੋਈ ਸਵਾਲ ਪੁੱਛਣਾ ਚਾਹੁੰਦਾ ਹੋਵੇ ਤਾਂ ਉਹ ਬੜੇ ਪਿਆਰ ਨਾਲ ਪੁੱਛ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ। ਹਮੇਸ਼ਾ ਦੀ ਤਰ੍ਹਾਂ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਨੂੰ ਅੱਜ ਦੀ ਜਿਹੜੀ 23ਵੀਂ ਪੌੜੀ 24ਵੀਂ ਪੌੜੀ ਸੀਗੀ ਉਹ ਕਥਾ ਸੁਣਾਈ ਹੈ। ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਹਮੇਸ਼ਾ ਇਸ ਤਰ੍ਹਾਂ ਕਿ ਜੇ ਤੁਸੀਂ ਕੋਈ ਅੱਜ ਦੀ ਜੋ ਕਥਾ ਹੋਈ ਹੈ ਉਹਦੇ ਵਿੱਚ ਕੋਈ ਸਵਾਲ ਕਰਨਾ ਹੋਵੇ ਤਾਂ ਤੁਸੀਂ ਅੱਜ ਹੁਣ ਜ਼ਰੂਰ ਕਰ ਲਿਓ, ਅਨਮਿਊਟ ਹੋ ਜਾਓ ਤੇ ਫਿਰ ਤੁਹਾਡੇ ਕੋਲ ਆ ਜਾਂਦੇ ਹਾਂ ਜੀ। ਸਾਡੇ ਨਾਲ ਅਨਮਿਊਟ ਹੈਗੇ ਜੀ ਜਸਵੀਰ ਕੌਰ, ਤੇ ਉਹਦੇ ਬਾਅਦ ਦੇ ਵਿੱਚ ਅਜੇ ਨਹੀਂ ਜੀ ਕੋਈ ਵੀ, ਤੇ ਕਿਸੇ ਨੇ ਪੁੱਛਣਾ ਹੋਵੇ ਤਾਂ ਤੁਸੀਂ ਆ ਜਾਓ। ਹਾਂ ਜਸਵੀਰ ਕੌਰ ਜੀ। ਹਾਂਜੀ, ਜਿਵੇਂ ਕਿ ਆਪ ਮੈਨੂੰ ਇਹਦੇ ਨਹੀਂ ਸਮਝ ਪਈ ਸੀ, ਅੰਤ ਕਾਰਨ ਕੀਤੇ ਬਿਲਲਾਹ। ਹਾਂਜੀ, ਅੰਤ ਕਾਰਨ ਕੀਤੇ ਬਿੱਲਾਹੇ। ਬਿੱਲਾਹੇ ਦਾ ਮਤਲਬ ਵਿਲਕ ਰਹੇ ਨੇ, ਲਿਲਕਣੀਆਂ ਲੈ ਰਹੇ ਨੇ, ਯਤਨ ਕਰ ਰਹੇ ਨੇ। ਕੀਤੇ ਦਾ ਮਤਲਬ ਕਿੰਨੇ ਕੁ ਲੋਕ, ਅਨੰਤ ਲੋਕ ਉਹਦਾ ਅੰਤ ਲੱਭਣ ਵਾਸਤੇ ਯਤਨ ਕਰ ਰਹੇ ਨੇ, ਪਰ ਉਸ ਪ੍ਰਭੂ ਦੇ ਅੰਤ ਪਾਏ ਨਹੀਂ ਜਾਂਦੇ ਕਿਸੇ ਪਾਸੋਂ, ਐਂਡ ਨਹੀਂ। ਥੈਂਕ ਯੂ, ਧੰਨਵਾਦ। ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਹੋਰ ਤਾਂ ਕੋਈ ਅਨਮਿਊਟ ਨਹੀਂ ਹੈਗਾ ਜੀ, ਇਹਦਾ ਮਤਲਬ ਸਾਰਿਆਂ ਨੂੰ ਸਮਝ ਆ ਗਈ ਆ ਤੇ ਬਹੁਤ ਵਧੀਆ ਜੀ। ਵੈਸੇ ਤਾਂ ਗਿਆਨੀ ਹੁਣੀ ਬਹੁਤ ਵਧੀਆ ਤਰ੍ਹਾਂ ਐਕਸਪਲੇਨ ਕਰਦੇ ਹੁੰਦੇ ਆ, ਤੇ ਫਿਰ ਵੀ ਜੇ ਕਿਸੇ ਨੇ ਕੁਝ ਪੁੱਛਣਾ ਹੋਵੇ ਤਾਂ ਅਸੀਂ ਬੇਨਤੀ ਕਰਦੇ ਹੁੰਦੇ ਆ। ਰਵਿੰਦਰ ਸਿੰਘ, ਤੁਸੀਂ ਅਨਮਿਊਟ ਹੋਏ ਆ ਜੀ। ਹਾਂਜੀ, ਮੈਂ ਵੈਸੇ ਕਮੈਂਟ ਹੀ ਆ ਥੋੜੀ ਜੀ। ਜੀ ਗਿਆਨੀ ਜਿੱਦਾਂ ਤੁਸੀਂ ਕਿਹਾ ਕਿ ਹਰ ਇੱਕ ਨੂੰ ਆਪ ਪੜ੍ਹਨਾ ਚਾਹੀਦਾ, ਆਪ ਸਮਝਣਾ ਚਾਹੀਦਾ, ਤੇ ਗੱਲ ਤਾਂ ਠੀਕ ਹੈ, ਪਰ ਕਈ ਦਫਾ ਸਮਝ ਪੈਣੀ ਔਖੀ ਆ। ਜਿਵੇਂ ਕਿ ਅੱਜ ਤੁਸੀਂ ਦੱਸਿਆ ਕਿ ਜੋ ਮੰਗੇ ਠਾਕੁਰ ਆਪਣੇ ਸੇ ਸੋਈ ਸੋਈ ਦੇਵੇ, ਇਹਦਾ ਨਹੀਂ ਸੀ ਪਤਾ, ਅੱਜ ਪਤਾ ਲੱਗਾ ਕਿ ਇਹਦਾ ਮਤਲਬ ਰੀਲੀ ਹੈਗਾ ਕੀ ਆ। ਹਾਂਜੀ ਵੀਰ ਜੀ, ਸਹੀ ਗੱਲ ਹੈ। ਵੀ ਥੋੜਾ ਕਈ ਵਾਰੀ ਹੁੰਦਾ ਨਾ ਵੀ ਕਈ ਚੀਜ਼ ਨਹੀਂ ਸਮਝ ਆਉਂਦੀਆਂ, ਤਾਂ ਵਾਸਤਵ ਚ ਕਈ ਚੀਜ਼ਾਂ ਔਖੀਆਂ ਹੁੰਦੀਆਂ ਨੇ ਨਹੀਂ, ਤਾਂ ਉਹਦੇ ਵਾਸਤੇ ਸਾਨੂੰ ਟਰਾਈ ਕਰਨੀ ਚਾਹੀਦੀ। ਅਸੀਂ ਇੱਕ ਦੂਜੇ ਤੋਂ ਪੁੱਛ ਸਕਦੇ ਹਾਂ। ਮੰਨ ਲਓ ਮੈਨੂੰ ਕਿਸ ਚੀਜ਼ ਦਾ ਨਹੀਂ ਪਤਾ ਲੱਗਦਾ, ਇੱਥੋਂ ਦੇ ਹੁਣ ਮੈਨੂੰ ਇੰਗਲਿਸ਼ ਨਹੀਂ ਆਉਂਦੀ ਜਾਂ ਕੋਈ ਕਾਨੂੰਨ, ਤਾਂ ਮੈਂ ਤੁਹਾਡਾ ਸਹਿਯੋਗ ਲੈ ਸਕਦਾ ਵਾਂ। ਤੇ ਜੇ ਤੁਹਾਨੂੰ ਗੁਰਬਾਣੀ ਵਿੱਚ ਕੋਈ ਸਮਝ ਨਹੀਂ ਆਈ ਤਾਂ ਤੁਸੀਂ ਮੇਰਾ ਸਹਿਯੋਗ ਜਾਂ ਕਿਸੇ ਹੋਰ ਵੀਰ ਭੈਣ ਦਾ ਸਹਿਯੋਗ ਅਸੀਂ ਇੱਕ ਦੂਜੇ ਦਾ ਲੈ ਸਕਦੇ ਹਾਂ, ਤਾਂ ਉਹ ਸਾਡੀ ਔਖਿਆਈ ਹੱਲ ਹੋ ਸਕਦੀ ਹੈ। ਜਦੋਂ ਅਸੀਂ ਟਰਾਈ ਕਰਾਂਗੇ ਤਾਂ ਉਹ ਜ਼ਰੂਰ ਹੋ ਜਾਏਗਾ। ਇੰਪੋਸੀਬਲ ਕੁਛ ਨਹੀਂ। ਫਾਰ ਐਗਜ਼ਾਮਪਲ ਇੱਥੇ ਨਾ ਇੱਕ 5 ਕੁਇੰਟਲ ਦਾ ਭਾਰਾ ਪੱਥਰ ਪਿਆ ਹੋਇਆ, ਤੇ ਤੁਸੀਂ ਮੈਨੂੰ ਕਹਿੰਦੇ ਹੋ ਵੀ ਗਿਆਨ ਜੀ ਇਹਨਾਂ ਪੱਥਰ ਤੁਸੀਂ
ਬਾਹਰ ਗਲੀ ਦੇ ਪਰਲੇ ਪਾਸੇ ਪਹੁੰਚਾ ਦਿਓ। ਤੇ ਕੀ ਮੈਂ ਉਹ 5 ਕੁਇੰਟਲ ਦਾ ਪੱਥਰ ਪਹੁੰਚਾ ਸਕਣਾ? ਇੰਪੋਸੀਬਲ ਨਾ। ਲੇਕਿਨ ਇੰਪੋਸੀਬਲ ਨਹੀਂ ਹੈ। ਹੁਣ ਠੀਕ ਹੈ ਕਿ ਮੈਂ ਇਕੱਲਾ ਨਹੀਂ ਪਹੁੰਚਾ ਸਕਦਾ, ਔਖਾ ਹੈ, ਪਰ ਮੈਂ 4 ਬੰਦੇ ਹੋਰ ਸੱਦ ਲਵਾਂ, ਦਿਹਾੜੀਦਾਰ ਲੈਵਾਂ ਜਾਂ ਕਰੇਨ ਲੈ ਆਵਾਂ, ਤੁਹਾਨੂੰ ਪਹੁੰਚਾਇਆ ਜਾ ਸਕਦਾ। ਤਾਂ ਮੇਰੇ ਕਹਿਣ ਦਾ ਮਤਲਬ ਕਿ ਜਿਹੜੀ ਚੀਜ਼ ਆਪ ਸਮਝ ਨਹੀਂ ਆਉਂਦੀ ਸੀ, ਕਿਸੇ ਦੂਜੇ ਦਾ ਸਹਿਯੋਗ ਲੈ ਸਕਦਾ, ਉਹ ਲੈਣਾ ਚਾਹੀਦਾ ਸੀ। ਠੀਕ ਹੈ ਨਾ? ਧੰਨਵਾਦ। ਠੀਕ ਹੈ ਜੀ, ਧੰਨਵਾਦ ਰਵਿੰਦਰ ਸਿੰਘ ਜੀ। ਤੇ ਠੀਕ ਹੈ ਜੀ, ਇੱਥੇ ਆਪਾਂ ਸਮਾਪਤੀ ਕਰ ਦਿੰਦੇ ਹਾਂ। ਤੇ ਬਹੁਤ ਬਹੁਤ ਧੰਨਵਾਦ ਗਿਆਨੀ ਜੀ ਦਾ ਤੇ ਬਾਕੀ ਸਾਰੀਆਂ ਸੰਗਤਾਂ ਦਾ। ਤੇ ਆਪਾਂ ਕੱਲ ਨੂੰ ਫੇਰ ਇਸੇ ਟਾਈਮ 2 ਵਜੇ ਮੁੜ ਕੇ ਆਵਾਂਗੇ ਜੀ। ਤੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।